आप लिहो तुम कथा सुधारी। सतनाम श्री वाहिगुरु साहिब जीओ। दोहरा श्री गुरु हरगोविंद जी बीर धीर गंभीर। दासन करह निहाल गन जो सेवत होय तीर। वाहिगुरु जी का खालसा वाहिगुरु जी की फतेह। गुरु की साजी नवाजी साध संगत जी, ਸੰਧਿਆ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਨੇ ਸੋਹਦਾ ਰਹਿਰਾਸ ਸਾਹਿਬ ਦੇ ਪਾਠ ਔਰ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ। ਆਓ ਹੁਣ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਦੇ ਚਰਨਾਂ ਦੀ ਸੁਰਤੀ ਜੋੜੀਏ, ਸਤਿਗੁਰੂ ਜੀ ਦੀ ਕਥਾ ਸੁਣੀਏ। ਮੀਰੀਆਂ ਪੀਰੀਆਂ ਦੇ ਮਾਲਕ ਪਾਤਸ਼ਾਹ ਦੀ ਵੱਡੀ ਵਡਿਆਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਮ 'ਤੇ ਇਸ ਪਿੰਡ ਰੋਹੇਲੇ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਗੋਬਿੰਦਪੁਰ ਰੱਖ ਦਿੱਤਾ ਹੈ। ਬੜੀਆਂ ਰੌਣਕਾਂ ਲੱਗ ਰਹੀਆਂ, ਬੜੀਆਂ ਸੰਗਤਾਂ ਇੱਥੇ ਆ ਰਹੀਆਂ, ਬੜੀ ਸੋਹਣੀ ਆਬਾਦੀ ਹੋ ਰਹੀ ਹੈ। ਲੋਕ ਆ ਕੇ ਵਸ ਰਹੇ ਨੇ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬਿਆਸਾ ਦੇ ਕਿਨਾਰੇ 'ਤੇ ਬੜਾ ਹੀ ਰਮਣੀਕ ਨਗਰ ਵਸਿਆ ਹੈ। ਇੱਥੇ ਗੁਰੂ ਸਾਹਿਬ ਨੇ ਜੋ ਕੌਤਕ ਕੀਤੇ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਵੀਰ ਧੀਰ ਗੰਭੀਰ। ਜੋ ਸੂਰਮਿਆਂ ਚੋਂ ਵੱਡੇ ਸੂਰਮੇ ਹਨ, ਯੋਧਿਆਂ ਚੋਂ ਯੋਧੇ, ਗਿਆਨੀਆਂ ਚੋਂ ਗਿਆਨੀ, ਵੀਰ ਧੀਰ ਗੰਭੀਰ, ਧੀਰਜ ਵਾਲੇ ਹਨ ਔਰ ਬੜੇ ਡੂੰਘੇ ਖਿਆਲਾਂ ਦੇ ਮਾਲਕ ਹਨ। ਦਾਸਨ ਕਰਹਿ ਨਿਹਾਲ ਗਨ ਔਰ ਆਪਣੇ ਸਿੱਖਾਂ ਸੇਵਕਾਂ ਨੂੰ ਨਿਹਾਲ ਕਰਦੇ, ਦਰਸ਼ਨ ਦੇ ਦੇ ਕੇ। ਜੋ ਸੇਵਤ ਹੋਏ ਤੀਰ। ਜਿਹੜੇ ਸਤਿਗੁਰਾਂ ਕੋਲ ਰਹਿ ਕੇ ਸੇਵਾ ਕਰਦੇ ਨੇ, ਉਹਨਾਂ ਦਾ ਲੋਕ ਤੇ ਪਰਲੋਕ ਸੁਧਰ ਜਾਂਦਾ ਹੈ। ਚੌਪਈ ਇੱਕ ਕਸ਼ਮੀਰੀ ਖਵਾਜਾ ਨਾਮ। ਸਾਧ ਸੰਗਤ ਜੀ, ਕਸ਼ਮੀਰ ਜੰਮੂ ਇਹ ਧਰਤੀ ਦਾ ਸਵਰਗ ਮੰਨਿਆ ਜਾਂਦਾ ਹੈ। ਬੜੀ ਸਾਫ ਸੁਥਰੀ ਪਵਿੱਤਰ ਧਰਤੀ ਹੈ ਕਸ਼ਮੀਰ ਦੀ। ਕਸ਼ਪ ਰਿਸ਼ੀ ਨੇ ਇਹ ਕਸ਼ਮੀਰ ਵਸਾਇਆ ਸੀ ਕਈ ਹਜ਼ਾਰਾਂ ਲੱਖਾਂ ਵਰ੍ਹੇ ਪਹਿਲਾਂ। ਬੜੇ ਬੜੇ ਵਿਦਵਾਨ ਪੰਡਤ, ਸੰਸਕ੍ਰਿਤ ਵਿਦਿਆ ਦੇ ਮਾਹਰ ਇੱਥੇ ਵਸਾਏ ਸਨ ਔਰ ਇੱਥੇ ਵਿਦਿਆ ਦਾ, ਗਿਆਨ ਦਾ ਪ੍ਰਕਾਸ਼ ਕੀਤਾ ਸੀ। ਸੋ ਉਸ ਕਸ਼ਮੀਰ ਦੀ ਧਰਤੀ ਤੋਂ ਇੱਕ ਗੁਰੂ ਕਾ ਪਿਆਰਾ ਬਣ ਕੇ ਆਇਆ, ਜਿਸ ਦਾ ਨਾਮ ਇਤਿਹਾਸ ਵਿੱਚ ਖਵਾਜਾ ਕਰਕੇ ਆਉਂਦਾ ਹੈ। ਪੂਰਬ ਭਾਗ ਜਗੇ ਅਬਿਰਾਮ। ਇਹ ਖਵਾਜੇ ਦੇ ਕੋਈ ਪੂਰਵਲੇ ਕਰਮ ਜਾਗੇ ਸਨ। ਮੁਸਲਮਾਨਾਂ ਦੇ ਘਰ ਦਾ ਇਸ ਦਾ ਜਨਮ ਸੀ। ਗੁਰੂ ਕਾ ਪ੍ਰੇਮੀ ਬਣ ਗਿਆ। ਫਕੀਰ ਸੀ ਨਾ, ਫਕੀਰ ਬੰਦੇ ਕਦੀ ਸ਼ਰ੍ਹਾ ਵਿੱਚ ਪਾਬੰਦ ਨਹੀਂ ਹੁੰਦੇ। ਸ਼ਰ੍ਹਾ ਦਾ ਵੀ ਸਾਧ ਸੰਗਤ ਜੀ ਇੱਕ ਤਾਂ ਉਹ ਰੂਪ ਹੈ ਜਿਹੜਾ ਦਿਲ ਵਿੱਚ, ਮਨ ਵਿੱਚ ਵਸਿਆ ਹੁੰਦਾ ਹੈ। ਅੰਦਰਲਾ ਧਰਮ, ਅੰਦਰਲਾ ਦੀਨ, ਅੰਦਰਲੀ ਸ਼ਰ੍ਹਾ, ਅਤੇ ਇੱਕ ਹੁੰਦਾ ਵਿਖਾਵੇ ਦੀ। ਉਹ ਜਿਹੜੇ ਫਕੀਰ ਹੁੰਦੇ ਆ ਉਹ ਵਿਖਾਵੇ ਦੀ ਸ਼ਰ੍ਹਾ ਦੇ ਪਾਬੰਦੀ ਨਹੀਂ ਹੁੰਦੇ। ਸੱਚੀ ਸ਼ਰ੍ਹਾ ਪਰਮੇਸ਼ਰ ਦੇ ਪਿਆਰ ਦੀ ਉਹਨਾਂ ਦੇ ਮਨ 'ਚ ਵਸੀ ਹੁੰਦੀ ਹੈ। ਸੋ ਇਸ ਕਰਕੇ ਖਵਾਜਾ ਬਾਹਰਲੀ ਸ਼ਰ੍ਹਾ ਦਾ ਪਾਬੰਦ ਨਹੀਂ ਸੀ, ਫਕੀਰ ਸੀ, ਬੇਪਰਵਾਹ ਸੀ। ਨਿਤ ਸਤਿਗੁਰ ਕੀ ਸੇਵਾ ਗਹੀ। ਔਰ ਰੋਜ਼ ਗੁਰੂ ਦੀ ਸੇਵਾ 'ਚ ਲੱਗ ਗਿਆ। ਆ ਕੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਦੀ ਸੇਵਾ ਕਰਨ ਲੱਗਾ ਖਵਾਜਾ। ਸਾਵਧਾਨ ਸਦ ਆਲਸ ਨਹੀਂ। ਔਰ ਆਲਸ ਨਹੀਂ ਸੀ ਕਰਦਾ, ਲੇਜ਼ੀ ਨਹੀਂ ਸੀ ਹੁੰਦਾ। ਸਾਵਧਾਨ ਹੋ ਕੇ ਕਮਰ ਕਸਾ ਕਰਕੇ ਸੇਵਾ 'ਚ ਲੱਗਾ ਰਹਿੰਦਾ ਸੀ। ਗੁਰੂ ਸਾਹਿਬ ਦੀ ਸੇਵਾ ਕਰਕੇ ਗੁਰੂ ਸਾਹਿਬ ਨੂੰ ਖੁਸ਼ ਕਰਦਾ ਸੀ। ਸ਼੍ਰੀ ਹਰਗੋਬਿੰਦ ਕੇਰ ਤੁਰੰਗ। ਮਹਾਰਾਜ ਦਾ ਇੱਕ ਘੋੜਾ ਸੀ ਨਾ ਛੇਵੇਂ ਪਾਤਸ਼ਾਹ ਦਾ, ਉਹਦੀ ਸੇਵਾ ਕਰਿਆ ਕਰਦਾ ਸੀ। ਮਲਹਿ ਸੁਧਾਰ ਹੈ ਸਗਰੇ ਅੰਗ। ਘੋੜੇ ਨੂੰ ਮਾਲਿਸ਼ ਕਰਨੀ, ਖਰਖਣਾ ਫੇਰਨਾ, ਕੁੱਤੇ ਬੁਰਸ਼ ਫੇਰਨਾ। ਘੋੜਾ ਲਸ਼ ਲਸ਼ ਕਰਦਾ ਸੀ ਜਦੋਂ ਖਵਾਜਾ ਘੋੜੇ ਦੀ ਸੇਵਾ ਕਰਦਾ ਸੀ। ਜਬ ਅਰੂੜ ਕਰ ਪੰਥ ਪਧਾਰ ਹੈ। ਤੇ ਜਦੋਂ ਮਹਾਰਾਜ ਉਸ ਘੋੜੇ ਤੇ ਬਹਿ ਕੇ ਅੱਗੇ ਸਫ਼ਰ ਤੇ ਜਾਂਦੇ ਸਨ ਕਿਤੇ, ਆਗੇ ਅਸਕੇ ਸਦਾ ਸਿਧਾਰ ਹੈ। ਖਵਾਜਾ ਘੋੜੇ ਦੇ ਅੱਗੇ ਅੱਗੇ ਦੌੜਦਾ ਸੀ, ਘੋੜੇ ਤੋਂ ਪਿੱਛੇ ਨਹੀਂ ਸੀ, ਘੋੜੇ ਦੇ ਅੱਗੇ ਰਹਿੰਦਾ ਸੀ, ਤੇਜ਼ ਤੇਜ਼ ਤੁਰਦਾ ਸੀ। ਇੱਕ ਸਰੂਪ ਸੋ ਚਿਤ ਬਿਰਮਾਇਓ। ਬਸ ਉਹਨੂੰ ਇੱਕ ਮਹਾਰਾਜ ਛੇਵੇਂ ਪਾਤਸ਼ਾਹ ਦੇ ਦਰਸ਼ਨਾਂ ਦੀ ਪਿਆਸ ਸੀ।
ਦਿਨ ਰਾਤ ਸਤਿਗੁਰਾਂ ਦੇ ਸਰੂਪ ਵੱਲ ਹੀ ਵੇਖਦਾ ਰਹਿੰਦਾ ਸੀ। ਕਹਿਨ ਸੁਨਨ ਕਿਹ ਸੰਗ ਨਾ ਭਾਇਓ। ਹੋਰ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ, ਨਾ ਉਹ ਕਿਸੇ ਨਾਲ ਗੱਲ ਕਰਕੇ ਖੁਸ਼ ਹੁੰਦਾ ਸੀ, ਆਪਣੀ ਮਸਤੀ ਵਿੱਚ ਰਹਿੰਦਾ ਸੀ। ਰਹੇ ਇਕਾਂਕੀ ਮੇਲ ਨਾ ਠਾਨ। ਸਾਧ ਸੰਗਤ ਜੀ, ਇਕਾਂਤ ਵਿੱਚ ਰਹਿਣ ਵਾਲਾ ਉਹ ਖਵਾਜਾ ਕਿਸੇ ਨਾਲ ਮੇਲ ਮਿਲਾਪ ਨਹੀਂ ਸੀ ਰੱਖਦਾ। ਗੁਰ ਸੇਵਾ ਮਹਿ ਰਹਿ ਸਵਧਾਨ। ਗੁਰੂ ਦੀ ਸੇਵਾ 'ਚ ਹੀ ਸਾਵਧਾਨ ਰਹਿੰਦਾ ਸੀ। ਸੇਵਾ ਕਰਤ ਹੋਏ ਨਿਸ਼ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਨਿਸ਼ਕਾਮ ਹੋ ਕੇ ਸੇਵਾ ਕਰਦਾ ਸੀ ਸਤਿਗੁਰਾਂ ਦੀ। ਕਿਰਪਾ ਦ੍ਰਿਸ਼ਟ ਇੱਕ ਦਿਨ ਪਿਖ ਧਾਰੀ। ਇੱਕ ਦਿਨ ਮਹਾਰਾਜ ਖਵਾਜੇ ਦੀ ਸੇਵਾ ਵੇਖ ਕੇ ਖੁਸ਼ ਹੋ ਗਏ, ਉਹਦੀ ਭਾਵਨਾ ਤੇ ਉਹਦੀ ਸ਼ਰਧਾ ਤੇ ਪ੍ਰਸੰਨ ਹੋ ਗਏ। ਦੌਰਿਓ ਗਮਨਤ ਤਰੰਗ ਅਗਾਰੀ। ਕਿਉਂਕਿ ਮਹਾਰਾਜ ਦੇ ਘੋੜੇ ਦੇ ਅੱਗੇ ਅੱਗੇ ਦੌੜਦਾ ਸੀ ਖਵਾਜਾ। ਜਦੋਂ ਸਤਿਗੁਰੂ ਕਿਤੇ ਸ਼ਿਕਾਰ ਖੇਡਣ ਜਾਣ ਤਾਂ ਵੀ ਅੱਗੇ, ਗੁਰੂ ਸਾਹਿਬ ਕਿਸੇ ਸਿੱਖ ਨੂੰ ਮਿਲਣ ਜਾਣ, ਦਰਸ਼ਨ ਦੇਣ ਜਾਣ ਤਾਂ ਵੀ ਅੱਗੇ। ਕਿਤੇ ਵੀ ਗੁਰੂ ਸਾਹਿਬ ਜਾਂਦੇ ਸੀ ਘੋੜੇ ਤੇ ਬਹਿ ਕੇ, ਖਵਾਜਾ ਅੱਗੇ ਅੱਗੇ ਦੌੜਦਾ ਸੀ। ਸਵੇਦ ਅੰਗ ਤੇ ਚਲਹਿ ਵਿਸਾਲਾ। ਤੇਜ਼ ਦੌੜਨ ਕਰਕੇ, ਘੋੜੇ ਦੇ ਨਾਲ ਰਲਣ ਕਰਕੇ, ਘੋੜੇ ਤੋਂ ਅੱਗੇ ਦੌੜਨ ਕਰਕੇ ਪਸੀਨਾ ਵੀ ਆ ਜਾਂਦਾ ਸੀ। ਬਹੁਤ ਪਸੀਨੋ ਪਸੀਨੀ ਹੋਇਆ ਪਰ ਦੌੜੀ ਜਾਂਦਾ ਸੀ। ਤਨ ਕੋ ਸ਼ਰਮ ਨਾ ਪਿਖ ਹੈ ਤਿਸ ਕਾਲਾ। ਪਰ ਆਪਣੇ ਸਰੀਰ ਦੀ ਥਕਾਵਟ ਦੀ ਪਰਵਾਹ ਨਹੀਂ ਸੀ ਕਰਦਾ। ਇੱਕ ਸੇਵਾ ਕੇ ਤਤਪਰ ਹੋਵਾ। ਬਸ ਇੱਕ ਸੇਵਾ ਹੀ ਉਹਨੂੰ ਚੰਗੀ ਲੱਗਦੀ ਸੀ। ਸੇਵਾ ਸੇਵਾ ਸੇਵਾ, ਬਸ ਸੇਵਾ ਤੋਂ ਬਿਨਾਂ ਹੋਰ ਕੁਛ ਨਹੀਂ ਸੀ ਚੰਗਾ ਲੱਗਦਾ। ਸੁਖ ਦੁਖ ਆਦ ਦੁੰਦ ਸਮਝੋਵਾ। ਨਾ ਉਹਨੂੰ ਦੁੱਖ ਲੱਗਦਾ ਸੀ ਨਾ ਸੁਖ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ। ਸੁਖ ਤੇ ਦੁੱਖ ਦੋਵਾਂ ਤੋਂ ਉੱਪਰ ਹੋ ਚੁੱਕਾ ਸੀ, ਗੁਰੂ ਦੀ ਸੇਵਾ ਵਿੱਚ ਲੱਗ ਚੁੱਕਾ ਸੀ। ਉੱਤਰ ਗੁਰੂ ਨੇ ਨਿਕਟ ਹਕਾਰਾ। ਸਤਿਗੁਰੂ ਜੀ ਮਹਾਰਾਜ ਇੱਕ ਦਿਨ ਘੋੜੇ ਤੋਂ ਉਤਰੇ ਤੇ ਖਵਾਜੇ ਨੂੰ ਕੋਲ ਸੱਦ ਲਿਆ। ਕਹੋ ਕਿਆ ਇੱਛਾ ਹਿਰਦੇ ਮਝਾਰਾ। ਤੇ ਮਹਾਰਾਜ ਕਹਿੰਦੇ, ਖਵਾਜਿਆ ਦੱਸ ਤੇਰੀ ਕੀ ਇੱਛਾ ਹੈ। ਸੁਨ ਕਰ ਹਾਥ ਜੋੜ ਬਚ ਭਾਖਾ। ਖਵਾਜਾ ਫਕੀਰ ਮਹਾਰਾਜ ਨੂੰ ਹੱਥ ਜੋੜ ਕੇ ਕਹਿਣ ਲੱਗਾ, ਇਕ ਰਾਵਰ ਦਰਸ਼ਨ ਅਭਿਲਾਖਾ। ਬਸ ਸੱਚੇ ਪਾਤਸ਼ਾਹ ਇੱਕੋ ਹੀ ਇੱਛਾ ਹੈ ਕਿ ਆਪ ਜੀ ਦੇ ਦਰਸ਼ਨ ਹੁੰਦੇ ਰਹਿਣ, ਹਰ ਵੇਲੇ ਆਪ ਜੀ ਦੇ ਦਰਸ਼ਨ ਦੀਦਾਰ ਕਰਦਾ ਰਵਾਂ ਅੱਖਾਂ ਨਾਲ, ਹੋਰ ਕੋਈ ਇੱਛਾ ਨਹੀਂ ਹੈ। ਸਾਰੀਆਂ ਇੱਛਾ ਤੁਹਾਡੇ ਦਰਸ਼ਨਾਂ ਨਾਲ ਪੂਰੀਆਂ ਹੋ ਗਈਆਂ ਹਨ। ਅਪਰ ਚਾਹੇ ਨਹਿ ਮੇਰੇ ਕੋਈ। ਮੇਰੇ ਮਨ 'ਚ ਮਹਾਰਾਜ ਹੋਰ ਕੋਈ ਚਾਹਨਾ ਨਹੀਂ, ਕੋਈ ਇੱਛਾ ਨਹੀਂ ਹੈ। ਸਦਾ ਸਮੀਪੀ ਤੁਮਰੇ ਹੋਈ। ਬਸ ਤੁਹਾਡੇ ਕੋਲ ਰਹੀਏ, ਤੁਹਾਡੇ ਦਰਸ਼ਨ ਹੁੰਦੇ ਰਹਿਣ, ਇਹੀ ਇੱਛਾ ਹੈ। ਸੇਵਾ ਕਰਤ ਰਹੋ ਨਿਸ਼ਕਾਮਾ। ਤੇ ਕਦੀ ਕਾਮਨਾ ਉੱਠੇ ਹੀ ਨਾ, ਕੋਈ ਇੱਛਾ ਉੱਠੇ ਹੀ ਨਾ, ਸਾਰੀ ਉਮਰ ਨਿਸ਼ਕਾਮ ਹੀ ਸੇਵਾ ਕਰਦਾ ਰਵਾਂ। ਪਿੱਖੋਂ ਬਦਨ ਰਾਵਰ ਸੁਖ ਧਾਮਾ। ਆਪ ਜੀ ਦਾ ਸੋਹਣਾ ਮੁਖੜਾ, ਸੁੱਖਾਂ ਦਾ ਧਾਮ ਸਰੂਪ ਆਪ ਜੀ ਦਾ, ਉਹ ਵੇਖਦਾ ਰਵਾਂ। ਹਾਂਜੀ। ਸੁਨਤ ਪ੍ਰਸੀਦੇ ਕਿਰਪਾ ਨਿਧਾਨਾ। ਖਵਾਜੇ ਦੀ ਬੇਨਤੀ ਸੁਣ ਕੇ ਕਿਰਪਾ ਨਿਧਾਨ ਜੀ ਪ੍ਰਸੰਨ ਹੋ ਗਏ। ਪ੍ਰਸੀਦੇ ਦਾ ਮਤਲਬ ਪ੍ਰਸੰਨ ਹੋ ਗਏ। ਭਇਓ ਨਿਹਾਲ ਸੋਬਾਕ ਬਖਾਨਾ। ਮਹਾਰਾਜ ਕਹਿੰਦੇ, ਸਿੱਖਾ ਨਿਹਾਲ ਹੋ ਗਿਆ। ਖਵਾਜਿਆ ਨਿਹਾਲ ਹੋ ਗਿਆ, ਤੂੰ ਤਾਂ ਤਰ ਗਿਆ। ਹਾਂਜੀ। ਤਿਸ ਦਿਨ ਤੇ ਪ੍ਰਸੰਨ ਮਨ ਰਹੈ। ਬਸ ਜਿਸ ਦਿਨ ਗੁਰੂ ਸਾਹਿਬ ਨੇ ਕਹਿਤਾ ਨਿਹਾਲ, ਉਸ ਦਿਨ ਤੋਂ ਬਾਅਦ ਫਿਰ ਖਵਾਜਾ ਨਿਹਾਲ ਹੀ ਹੋ ਗਿਆ। ਉਸ ਤੋਂ ਬਾਅਦ ਹਰ ਵੇਲੇ ਖੁਸ਼ ਰਹਿੰਦਾ, ਹਰ ਵੇਲੇ ਪ੍ਰਸੰਨ ਰਹਿੰਦਾ, ਖਿੜਿਆ ਰਹਿੰਦਾ ਹੈ। ਕਿਸੋਂ ਕੈਸੇ ਕਬਹੁ ਨ ਕਹੈ। ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ, ਨਾ ਲੈਣ ਨਾ ਦੇਣ, ਨਾ ਚੰਗਾ ਨਾ ਮਾੜਾ, ਨਾ ਕਿਸੇ ਨੂੰ ਕੋਈ ਕੰਮ ਕਹਿੰਦਾ। ਬਸ ਗੁਰੂ ਦੇ ਘੋੜੇ ਦੀ ਮਾਲਿਸ਼ ਕਰੀ ਜਾਣੀ, ਘੋੜੇ ਦੀ ਸੇਵਾ ਕਰਨੀ, ਘੋੜੇ ਨੂੰ ਘਾਹ ਪੱਠਾ ਵੀ ਪਾ ਦੇਣਾ ਤੇ ਘੋੜੇ ਦਾ ਲਦੇੜਾ ਵਗੈਰਾ ਸਾਫ਼ ਕਰਨਾ, ਇਹ ਸਾਰੀ ਸੇਵਾ ਕਰਦਾ ਹੈ। ਇੱਕ ਸੈਯਦ ਜਾਨੀ ਜਿਸ ਨਾਮੂ। ਇੱਕ ਹੋਰ ਸੈਯਦ ਮੁਸਲਮਾਨ ਜਿਸ ਦਾ ਨਾਮ ਸੀ ਜਾਨੀ, ਉਹ ਵੀ ਸੇਵਾ 'ਚ ਲੱਗਾ ਰਹਿੰਦਾ ਹੈ। ਵੇਖ ਫਕੀਰ ਭਇਓ ਤਜ ਧਾਮੂ। ਉਹ ਵੀ ਆਪਣਾ ਘਰ ਛੱਡ ਕੇ ਫਕੀਰ ਬਣ ਗਿਆ। ਜਿਵੇਂ ਸਾਡੇ ਵਿੱਚ ਸਿੱਖਾਂ ਵਿੱਚ ਬਿਹੰਗਮ ਸਾਧੂ ਹੁੰਦੇ ਨੇ, ਮੁਸਲਮਾਨਾਂ ਵਿੱਚ ਵੀ ਬਿਹੰਗਮ ਫਕੀਰ ਹੁੰਦੇ। ਘਰ-ਬਾਰ ਛੱਡ ਕੇ ਬਸ ਜਪ ਤਪ ਕਰਨਾ, ਭਗਤੀ ਕਰਨੀ। ਉਹ ਫਕੀਰ, ਸੂਫੀ ਫਕੀਰ, ਬਹੁਤ ਫਿਰਕੇ ਹਨ ਉਹਨਾਂ ਦੇ, ਬੜੀ ਪੁਰਾਣੀਆਂ ਸੰਪਰਦਾਵਾਂ ਚੱਲੀਆਂ ਆਉਂਦੀਆਂ ਉਹਨਾਂ ਦੀਆਂ, ਜਿਨ੍ਹਾਂ ਵਿੱਚ ਸ਼ੇਖ ਫਰੀਦ ਜੀ ਮਹਾਰਾਜ ਵੀ ਹੋਏ ਨੇ, ਸਾਈਂ ਮੀਆਂ ਮੀਰ ਜੀ ਵੀ ਉਸ ਸੰਪਰਦਾ 'ਚ ਹੋਏ ਨੇ, ਬਹੁਤ ਸਾਰੇ ਮਹਾਂਪੁਰਸ਼ ਬਿਹੰਗਮ ਹੋਏ ਨੇ, ਬਹੁਤ ਸਾਰੇ ਮਹਾਂਪੁਰਸ਼ ਗ੍ਰਸਤੀ ਹੋਏ ਨੇ। ਸੋ ਉਹ ਜਾਨੀ ਵੀ ਮੁਸਲਮਾਨ ਫਕੀਰ ਬਣ ਗਿਆ।
ਖੋਜਹਿ ਮਗਜਿਮ ਹੋਇ ਕਲਿਆਣ। ਉਹ ਲੱਭਦਾ ਸੀ ਰੱਬ ਦਾ ਰਸਤਾ, ਮੁਕਤੀ ਦਾ ਰਸਤਾ ਖੋਜਦਾ ਸੀ ਵੀ ਕਿਸੇ ਤਰੀਕੇ ਨਾਲ ਉਹ ਰਾਹ ਲੱਭ ਜਾਵੇ ਜਿਸ ਰਾਹ ਤੇ ਚੱਲ ਕੇ ਮੁਕਤੀ ਹੋ ਜਾਵੇ, 84 ਕੱਟੀ ਜਾਵੇ, ਜਨਮ ਮਰਨ ਮੁੱਕ ਜਾਵੇ। ਨਿਸ ਦਿਨ ਚਹਿਤ ਫਿਰਿਓ ਬਹੁ ਥਾਨ। ਉਹ ਮੁਕਤੀ ਵਾਸਤੇ ਬਹੁਤ ਥਾਵਾਂ ਤੇ ਫਿਰਿਆ, ਬਹੁਤ ਭਟਕਿਆ। ਹਿੰਦ ਤੁਰਕ ਬਹੁ ਬਿਦ ਸੋ ਖੋਜੇ। ਉਹਨੇ ਹਿੰਦੂ ਫਕੀਰ ਵੀ ਬੜੇ ਵੇਖੇ ਤੇ ਮੁਸਲਮਾਨ ਫਕੀਰ ਵੀ ਬੜੇ ਵੇਖੇ, ਪੰਜ ਨਿਵਾਜ ਕਰਹਿ ਸਭ ਰੋਜੇ। ਤੇ 5 ਨਮਾਜ਼ਾਂ ਵੀ ਰੋਜ਼ ਕਰਦਾ ਸੀ। ਤੇ ਜਦੋਂ ਰਮਜ਼ਾਨ ਦਾ ਮਹੀਨਾ ਆਉਂਦਾ ਸੀ ਰੋਜ਼ੇ ਵੀ ਕਰਦਾ ਸੀ। ਰੋਜ਼ੇ ਮਹੀਨਾ ਪੂਰਾ ਰਮਜ਼ਾਨ ਦਾ ਸਾਰਾ ਦਿਨ ਕੁਝ ਖਾਣਾ ਪੀਣਾ ਨਹੀਂ ਹੁੰਦਾ, ਭੁੱਖੇ ਰਹਿਣਾ, ਪਾਣੀ ਵੀ ਨਹੀਂ ਪੀਣਾ, ਉਹਨੂੰ ਰੋਜ਼ੇ ਕਹਿੰਦੇ ਹਨ। ਤੇ ਸ਼ਰ੍ਹਾ ਦੇ ਵਿੱਚ ਨਮਾਜ਼ਾਂ 5 ਤੇ 30 ਰੋਜ਼ੇ, ਇਹ ਕਠਿਨ ਤਪੱਸਿਆ ਮੰਨੀ ਜਾਂਦੀ ਹੈ। ਉਹ ਕਹਿੰਦੇ ਇੱਕ ਵਾਰੀ ਕੁਝ ਮੁਸਲਮਾਨ ਇਕੱਠੇ ਹੋ ਕੇ ਮੁਹੰਮਦ ਸਾਹਿਬ ਕੋਲ ਗਏ, ਕਹਿਣ ਲੱਗੇ ਜੀ 5 ਨਮਾਜ਼ਾਂ ਜਰਾ ਔਖੀਆਂ ਨੇ, 2 ਕਰ ਦਿਓ, ਸਵੇਰੇ ਸ਼ਾਮ ਦਿਨੇ ਕੰਮ ਕਰਨਾ ਹੁੰਦਾ ਹੈ। ਮੁਹੰਮਦ ਸਾਹਿਬ ਨੇ ਅੱਗੋਂ ਕਹਿਤਾ ਵੀ 30 ਰੋਜ਼ੇ ਵੀ ਰੱਖਿਆ ਕਰੋ, ਸਾਲ ਦੇ ਵਿੱਚ 1 ਮਹੀਨਾ ਪੂਰਾ ਭੁੱਖੇ ਰਿਹਾ ਕਰਨਾ। ਉਹ ਫਿਰ ਕਹਾਵਤ ਚੱਲੀ ਆਉਂਦੀ, ਕਹਿੰਦੇ ਨਮਾਜ਼ਾਂ ਬਖਸ਼ਾਉਣ ਗਏ ਸੀ, ਰੋਜ਼ੇ ਗਲ ਪਵਾ ਆਏ। ਸੋ ਇਹ ਰੋਜ਼ੇ ਵੀ ਤੇ ਨਮਾਜ਼ ਵੀ ਇਹ ਕਰਦਾ ਸੀ ਪੱਕੀ। ਹਾਂਜੀ, ਜ਼ੋਹਦ ਕਰਤ ਖੋਜਤ ਬਹੁ ਥਾਈ। ਤਪੱਸਿਆ ਕਰਦਾ, ਸਾਰੀ ਸਾਰੀ ਰਾਤ ਜਾਗ ਕੇ ਨਾ ਤੇ ਭਗਤੀ ਕਰਦਾ ਸੀ, ਬੰਦਗੀ ਕਰਦਾ ਸੀ। ਇਹਨੂੰ ਕਹਿੰਦੇ ਜ਼ੋਹਦ, ਤਪੱਸਿਆ। ਸੌਣਾ ਵੀ ਘੱਟ, ਖਾਣਾ ਵੀ ਘੱਟ, ਬੋਲਣਾ ਵੀ ਘੱਟ, ਤੇ ਕੁਰਾਨ ਸ਼ਰੀਫ ਦਾ ਪਾਠ ਕਰੀ ਜਾਣਾ, ਕਲਮਾਂ ਪੜ੍ਹੀਆਂ ਜਾਣੀਆਂ, ਜੋ ਵੀ ਕੋਈ ਰੱਬ ਦੇ ਪਿਆਰ ਦੀ ਬਾਣੀ ਹੈ ਉਹ ਪੜ੍ਹਦਾ ਸੀ। ਹਾਂਜੀ, ਕਛੂ ਨ ਮੋਲਾ ਕੀ ਸੁਧ ਪਾਈ। ਬੜਾ ਫਿਰਿਆ ਫਕੀਰਾਂ ਕੋਲ, ਪਰ ਉਸ ਅੱਲਾਹ ਤਾਲਾ ਦੀ, ਉਸ ਮੌਲਾ ਦੀ, ਉਸ ਪਿਆਰੇ ਪ੍ਰਭੂ ਦੀ ਖਬਰ ਕਿਤੋਂ ਨਹੀਂ ਮਿਲੀ। ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ, ਡਿੱਠੇ ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ। ਗੱਲਾਂ ਤੇ ਬੜੇ ਕਰਦੇ ਪਰ ਰੱਬ ਦੀ ਅਸਲੀ ਗੱਲ ਕੋਈ ਦੱਸ ਨਹੀਂ ਸਕਿਆ। ਕਿਤੇ ਫਕੀਰ ਤੁਰਕ ਕੀ ਸੇਵਾ। ਕਈ ਮੁਸਲਮਾਨ ਫਕੀਰਾਂ ਦੀ ਸੇਵਾ ਵੀ ਕੀਤੀ, ਹਿੰਦੂ ਸਾਧਨ ਤੇ ਚਹ ਭੇਵਾ। ਹਿੰਦੂ ਸਾਧੂਆਂ ਦੀ ਵੀ ਸੇਵਾ ਕੀਤੀ, ਕਿਉਂਕਿ ਜਾਨੀ ਰੱਬ ਦਾ ਖੋਜੀ ਸੀ। ਸਾਧ ਸੰਗਤ ਜੀ, ਜਦੋਂ ਕੋਈ ਰੱਬ ਨੂੰ ਖੋਜਣ ਤੁਰ ਪਿਆ ਨਾ, ਉਦੋਂ ਨੇ ਨਹੀਂ ਦੇਖਣਾ ਵੀ ਹਿੰਦੂ ਹੈ ਕਿ ਮੁਸਲਮਾਨ ਹੈ ਕਿ ਕੋਈ ਹੈ, ਉਹਨੇ ਸਿਰਫ ਰੱਬ ਨੂੰ ਖੋਜਣਾ। ਤੇ ਉਹ ਮੁਸਲਮਾਨ ਫਕੀਰ ਹੋ ਕੇ ਹਿੰਦੂਆਂ ਦੀ ਵੀ ਸੇਵਾ ਕਰਦਾ ਸੀ, ਮੁਸਲਮਾਨਾਂ ਦੀ ਵੀ ਕਰਦਾ ਸੀ। ਕਿਉਂ ਕਰਦਾ ਸੀ? ਵੀ ਕੋਈ ਰੱਬ ਦਾ ਰਾਹ ਦੱਸ ਦੇ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿਤਾ। ਇੱਕ ਵਾਹਿਗੁਰੂ ਦੇ ਦਰਸ਼ਨਾਂ ਦੀ ਉਹਨੂੰ ਪਿਆਸ ਲੱਗੀ ਹੋਈ ਸੀ। ਤੇ ਬਸ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਰਾਮ। 8 ਪੈਰ ਇੱਦਾਂ ਦੀ ਲਗਨ ਵਿੱਚ ਫਿਰਦਾ ਸੀ। ਕਹੂੰ ਨ ਹੋਏ ਪੂਰਨ ਆਸਾ। ਪਰ ਕਿਤੋਂ ਵੀ ਜਾਨੀ ਦੀ ਆਸਾ ਪੂਰੀ ਨਹੀਂ ਹੋਈ, ਕਿਤੋਂ ਖੈਰ ਨਹੀਂ ਪਈ ਝੋਲੀ ਦੇ ਵਿੱਚ। ਪ੍ਰਮਾਤਮਾ ਦੇ ਦਰਸ਼ਨ, ਉਸ ਅੱਲਾਹ ਤਾਲਾ ਦੇ ਦਰਸ਼ਨ ਕਿਸੇ ਨੇ ਕਰਾਏ ਨਹੀਂ। ਖੋਜਤ ਫਿਰਤ ਮਨੋ ਮ੍ਰਿਗ ਪਿਆਸਾ। ਜਿਵੇਂ ਪਿਆਸਾ ਹਿਰਨ ਮਾਰੂ ਥਲ ਦੇ ਵਿੱਚ ਪਾਣੀ ਲੱਭਦਾ ਫਿਰਦਾ ਨਾ, ਪਾਣੀ ਕਿਉਂਕਿ ਉਹਨੂੰ ਪਿਆਸ ਲੱਗੀ ਹੁੰਦੀ, ਕਿਤੋਂ ਪਾਣੀ ਮਿਲੇਗਾ ਤੇ ਜਾਨ ਬਚੇਗੀ। ਇੱਦਾਂ ਵਿਚਾਰਾ ਜਿਵੇਂ ਹਿਰਨ ਰੇਤੇ ਚਮਕਦੇ ਨੂੰ ਪਾਣੀ ਸਮਝ ਕੇ ਮਿਰਗ ਤ੍ਰਿਸ਼ਨਾ ਉਹਦੇ ਪਿੱਛੇ ਦੌੜਦਾ, ਇਸ ਤਰ੍ਹਾਂ ਉਹ ਸਾਧੂਆਂ ਸੰਤਾਂ ਫਕੀਰਾਂ ਦੇ ਡੇਰਿਆਂ ਤੇ ਦੌੜਦਾ ਫਿਰਦਾ ਸੀ। ਪੂਰਨ ਸੰਤ ਮਿਲਿਓ ਨਹਿ ਕੋਈ। ਪਰ ਪੂਰਨ ਸੰਤ ਕੋਈ ਨਹੀਂ ਮਿਲਿਆ, ਕੋਈ ਰੱਬ ਦਾ ਪਿਆਰਾ ਪੂਰਾ ਬ੍ਰਹਮ ਗਿਆਨੀ ਮਹਾਂਪੁਰਸ਼ ਨਹੀਂ ਮਿਲਿਆ। ਹਾਂਜੀ, ਪ੍ਰਭ ਕੋ ਪੰਥ ਦਿਖਾਵਹਿ ਜੋਈ। ਜਿਹੜਾ ਵਾਹਿਗੁਰੂ ਦਾ ਰਾਹ ਦਿਖਾ ਦੇਵੇ। ਅਤ ਵਿਆਕੁਲ ਚਿਤ ਬਹੁ ਦੁਖ ਪਾਵਾ। ਬੜਾ ਦੁਖੀ ਹੋਇਆ, ਬੜਾ ਵਿਆਕੁਲ ਹੋਇਆ। ਕਹਿੰਦਾ ਜ਼ਿੰਦਗੀ ਲੰਘਦੀ ਜਾ ਰਹੀ ਹੈ, ਅੱਗਾ ਨੇੜੇ ਆਇਆ, ਪਿੱਛਾ ਰਿਹਾ ਦੂਰ, ਤੇ ਅਜੇ ਤਾਈਂ ਗੱਲ ਨਹੀਂ ਬਣੀ। ਕੋਈ ਪਰਮੇਸ਼ਰ ਦੇ ਰਾਹ ਦੀ ਖਬਰ ਨਹੀਂ ਮਿਲੀ, ਕੋਈ ਪ੍ਰਮਾਤਮਾ ਦੇ ਦਰਸ਼ਨਾਂ ਦਾ ਝਲਕਾ ਨਹੀਂ ਵੱਜਿਆ। ਉਸ ਮੌਲਾ ਦੇ, ਉਸ ਅੱਲਾਹ ਤਾਲਾ ਦੇ ਦਰਸ਼ਨ ਕਦੋਂ ਹੋਣਗੇ? ਜਿਵੇਂ ਫਰੀਦ ਜੀ ਮਹਾਰਾਜ ਕਹਿੰਦੇ ਨਾ ਕਿ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਅਜੈ ਸੋ ਰੱਬ ਨਾ ਬੋੜਿਓ, ਦੇਖ ਬੰਦੇ ਕੇ ਭਾਗ। ਇੱਦਾਂ ਦੀ ਹਾਲਤ ਹੋ ਗਈ ਜਾਨੀ ਦੀ। ਕਿਸ ਕਰ ਨਾ ਕਰ ਤਾਹੀਂ ਬਤਾਵਾ। ਉਹਦੀ ਹਾਲਤ ਵੇਖ ਕੇ ਨਾ ਕਿਸੇ ਰੱਬ ਦੇ ਪਿਆਰੇ ਨੇ ਉਹਨੂੰ ਦੱਸਿਆ। ਸ਼੍ਰੀ ਨਾਨਕ ਕੀ ਗਾਦੀ ਮਹਾ। ਕਹਿਣ ਲੱਗੇ ਕਿ ਜਾਨੀ ਜੀ,
ਤੁਸੀਂ ਬੜੀ ਥਾਵਾਂ ਤੇ ਭਟਕ ਚੁੱਕੇ ਹੋ, ਤੁਹਾਡੀ ਗੱਲ ਨਹੀਂ ਬਣੀ। ਮੇਰਾ ਕਹਿਣਾ ਮੰਨੋ, ਸ੍ਰੀ ਗੁਰੂ ਨਾਨਕ ਦੇਵ ਦੀ ਗੱਦੀ ਵੱਡੀ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਲਯੁਗ ਦੇ ਵਿੱਚ ਉਹ ਪੂਰੇ ਪਰਮੇਸ਼ਰ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਹਨ। ਜਿਹਦਾ ਰਾਜ ਹੋਵੇ ਉਹਦਾ ਹੀ ਸਿੱਕਾ ਚੱਲਦਾ। ਕਲਯੁਗ ਦੇ ਰਾਜ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹਨ। ਸਤਿਗੁਰੂ ਪਾਤਸ਼ਾਹ ਦਾ ਹੁਕਮ ਚੱਲੇਗਾ, ਉਹ ਹੀ ਕਿਰਪਾ ਕਰਨਗੇ। ਸਿੱਖੀ ਪਸਰੀ ਜਗ ਜਹ ਕਹਾ। ਉਹਨਾਂ ਦੀ ਸਿੱਖੀ ਥਾਂ ਥਾਂ ਤੇ ਪਸਰੀ ਹੈ। ਸੰਸਾਰ ਭਰ 'ਚ ਉਹਨਾਂ ਦੇ ਪ੍ਰੇਮੀ ਸਾਧੂ ਸੰਤ ਮਹਾਂਪੁਰਸ਼ ਗੁਰਸਿੱਖ ਬੈਠੇ ਹਨ। ਤਿਨਕੇ ਸੇਵਕ ਸਭ ਕਿਛ ਪਾਇਓ। ਜਿਹੜੇ ਗੁਰੂ ਨਾਨਕ ਦੇ ਸਿੱਖ ਨੇ, ਉਹਨਾਂ ਨੂੰ ਗੁਰੂ ਨਾਨਕ ਦੋਵਾਂ ਜਹਾਨਾਂ ਦੇ ਸੁੱਖ ਦਿੰਦਾ ਹੈ। ਸਤਿਗੁਰ ਸਿੱਖਾ ਹਲਤ ਪਲਤ ਸਵਾਰ ਹੈ। ਹਲਤ ਮੈਨੇ ਇਹ ਲੋਕ ਤੇ ਪਲਤ ਮੈਨੇ ਪਰਲੋਕ। ਗੁਰੂ ਨਾਨਕ ਆਪਣੇ ਸਿੱਖਾਂ ਦਾ ਲੋਕ ਵੀ ਸਵਾਰ ਦਿੰਦੇ ਨੇ ਤੇ ਪਰਲੋਕ ਵੀ ਸਵਾਰ ਦਿੰਦੇ ਨੇ। ਪ੍ਰਭ ਮਿਲ ਬੇਕੋ ਪੰਥ ਬਤਾਇਓ। ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਲੱਖਾਂ ਸਿੱਖਾਂ ਨੂੰ ਰੱਬ ਦਾ ਰਾਹ ਦਿਖਾਇਆ, ਪ੍ਰਮਾਤਮਾ ਦਾ ਰਾਹ ਦਿਖਾਇਆ ਔਰ ਪ੍ਰਮਾਤਮਾ ਨਾਲ ਮਿਲਾਇਆ ਵੀ ਹੈ। ਸਿੱਧਾਂ ਜਿਨਹੁ ਅਗਾਰੀ ਖੜੀ। ਬਾਬੇ ਨਾਨਕ ਦੇ ਅੱਗੇ ਸਿੱਧੀਆਂ ਰਿੱਧੀਆਂ ਹੱਥ ਜੋੜ ਕੇ ਖੜੀਆਂ ਰਹਿੰਦੀਆਂ। 9 ਨਿੱਧੀਆਂ 18 ਸਿੱਧੀਆਂ ਇਉਂ ਖੜੀਆਂ ਰਹਿੰਦੀਆਂ। ਬਾਬਾ ਜੀ ਸੇਵਾ ਦੱਸੋ, ਹੁਕਮ ਦੱਸੋ। ਅੰਗੀਕਾਰ ਨ ਤਿਨ ਜਨ ਕਰੀ। ਪਰ ਗੁਰੂ ਨਾਨਕ ਦਾ ਸਿੱਖ ਵੀ ਉਹਨਾਂ ਰਿੱਧੀਆਂ ਸਿੱਧੀਆਂ ਤੇ ਡੋਲਦਾ ਨਹੀਂ। ਗੁਰੂ ਨਾਨਕ ਨੇ ਤਾਂ ਕੀ ਡੋਲਣਾ। ਗੁਰੂ ਨਾਨਕ ਦੇ ਸਿੱਖ ਵੀ ਉਹਨਾਂ ਰਿੱਧੀਆਂ ਸਿੱਧੀਆਂ ਦੇ ਮਗਰ ਨਹੀਂ ਲੱਗਦੇ। ਅਬ ਸ਼੍ਰੀ ਹਰਗੋਬਿੰਦ ਬੜ ਜੋਦਾ। ਹੁਣ ਉਹਨਾਂ ਦੀ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਗੱਦੀ ਤੇ ਬੈਠੇ, ਜਿਹੜੇ ਬੜੇ ਸੂਰਬੀਰ ਯੋਧੇ ਵੀ ਹਨ। ਬਦਿਓ ਸ਼ਾਹੋ ਘਰ ਸੰਗ ਬਿਰੋਧਾ। ਉਹਨਾਂ ਦੀ ਬਾਦਸ਼ਾਹ ਦੇ ਨਾਲ ਜੰਗ ਚੱਲ ਰਹੀ ਹੈ। ਬਾਦਸ਼ਾਹ ਸ਼ਾਹਜਹਾਨ ਨਾਲ 2 ਲੜਾਈਆਂ ਲੜ ਚੁੱਕੇ ਹਨ। ਸੋ ਅੰਤਰ ਜਾਮੀ ਗੁਰ ਪੂਰਾ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਦੀ ਜਾਣਨ ਵਾਲੇ, ਹਰ ਬੰਦੇ ਦੇ ਦਿਲ ਵਿੱਚ ਕੀ ਚੱਲ ਰਿਹਾ ਉਹਨਾਂ ਨੂੰ ਸਭ ਪਤਾ ਹੈ। ਉਹਨਾਂ ਨੂੰ ਆਪਣੀ ਬੇਦਨ ਦੱਸਣੀ ਨਹੀਂ ਪੈਂਦੀ, ਉਹ ਤਾਂ ਬਿਨਾਂ ਬੋਲੇ ਹੀ ਜਾਣ ਲੈਂਦੇ ਹਨ। ਹਾਂਜੀ, ਮਿਲ ਸੇਵ ਹੈ ਪ੍ਰਾਪਤ ਮਗਰੂਰਾ। ਬਸ ਜਿਹੜਾ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸੇਵਾ 'ਚ ਲੱਗ ਜਾਵੇ, ਉਹਨਾਂ ਨੂੰ ਖੁਸ਼ ਕਰ ਲਵੇ, ਤੇ ਜਦੋਂ ਉਹ ਟੁੱਟਦੇ ਨੇ ਤੇ ਉਦੋਂ ਹੀ ਰੱਬ ਦਾ ਰਾਹ ਖੋਲ ਦਿੰਦੇ ਨੇ, ਪ੍ਰਮਾਤਮਾ ਦੇ ਦਰਸ਼ਨ ਕਰਾ ਦਿੰਦੇ ਨੇ। ਹਾਂਜੀ, ਮਹਾ ਕਿਰਪਾਲ ਮਨਿੰਦ ਖੁਦਾਏ। ਉਹ ਬੜੇ ਕਿਰਪਾਲੂ ਨੇ। ਅਸੀਂ ਤੇ ਉਹਨਾਂ ਨੂੰ ਖੁਦਾ ਹੀ ਵੇਖਿਆ। ਉਹ ਖੁਦਾ ਵਿੱਚ ਤੇ ਉਹਨਾਂ 'ਚ ਕੋਈ ਫਰਕ ਨਹੀਂ ਹੈ, ਉਹ ਖੁਦਾ ਵਰਗੇ ਹਨ। ਹਾਂਜੀ, ਜਿਮ ਚਾਹਤ ਤਿਮ ਲੇਤ ਬਨਾਏ। ਉਹ ਗੁਰੂ ਹਰਗੋਬਿੰਦ ਸਾਹਿਬ ਜੋ ਚਾਹਣ ਕਰ ਸਕਦੇ, ਜਿਵੇਂ ਚਾਹਣ ਬਣਾ ਸਕਦੇ ਵਿਧੀ। ਉਹ ਤਾਂ 1 ਮਿੰਟ ਵਿੱਚ ਭਵ ਸਾਗਰ ਤੋਂ ਪਾਰ ਲੰਘਾ ਸਕਦੇ ਹੈ। ਉਹ ਆਪਣੇ ਸਿੱਖ ਨੂੰ ਅੱਲਾ ਦੇ ਦਰਸ਼ਨ ਇੱਕ ਚੁਟਕੀ ਦੇ ਵਿੱਚ ਕਰਾ ਸਕਦੇ। ਹਾਂਜੀ, ਦਾਸ ਨਿਹਾਲ ਕਰ ਹੈ ਤਤਕਾਲੂ। ਜਿਨ੍ਹਾਂ ਨੂੰ ਖੁਸ਼ ਹੋ ਕੇ ਕਹਿ ਦਿੰਦੇ ਨੇ ਨਾ ਨਿਹਾਲ ਸਿੱਖਾ, ਤੇ ਬਸ ਉਹ ਨਿਹਾਲ ਹੋ ਜਾਂਦਾ ਹੈ। ਤਤਕਾਲ ਹੀ, ਉਸੇ ਵੇਲੇ ਹੀ ਆਨੰਦ ਹੋ ਜਾਂਦਾ ਹੈ। ਫਿਰ ਕੋਈ ਫਿਕਰ ਚਿੰਤਾ ਡਰ ਨਹੀਂ ਰਹਿੰਦਾ। ਹਾਂਜੀ, ਸ਼ਰਧਾ ਪ੍ਰੇਮ ਬਿਲੋਕ ਵਿਸਾਲੂ। ਬਸ ਆਪਣੇ ਸਿੱਖ ਦੀ ਸ਼ਰਧਾ ਵੇਖਦੇ ਨੇ, ਪ੍ਰੇਮ ਦੇਖਦੇ ਨੇ। ਉਹ ਸ਼ਰਧਾ ਪ੍ਰੇਮ ਵੇਖ ਕੇ ਬਸ ਟੁੱਟ ਪੈਂਦੇ ਨੇ। ਸੁਣ ਜਸ ਕੋ ਮਨ ਮਹਿ ਹਰਖਾਇਓ। ਜਦੋਂ ਜਾਨੀ ਨੇ ਗੁਰੂ ਸਾਹਿਬ ਦਾ ਜਸ ਸੁਣਿਆ ਤੇ ਸਾਧ ਸੰਗਤ ਜੀ ਕਈ ਵਾਰੀ ਨਾ ਉਸ ਜਿਹੜੀ ਗੱਲ ਨੇ ਹੋਣਾ ਹੁੰਦਾ ਨਾ, ਉਹ ਸੁਣਦਿਆਂ ਹੀ ਬੰਦੇ ਦਾ ਮਨ ਟਿਕ ਜਾਂਦਾ ਵੀ ਇੱਥੇ ਗੱਲ ਬਣ ਜਾਣੀ। ਕਈ ਮਰੀਜ਼ਾਂ ਨੂੰ ਕਈ ਡਾਕਟਰਾਂ ਕੋਲ ਜਾਂਦਿਆਂ ਕਈ ਸਾਲ ਲੰਘ ਗਏ, ਪਰ ਜਦੋਂ ਉਹਨਾਂ ਨੂੰ ਸੱਚੇ ਵੈਦ ਦਾ, ਸੱਚੇ ਡਾਕਟਰ ਦਾ ਪਤਾ ਲੱਗਾ, ਉਦੋਂ ਹੀ ਵਿਸ਼ਵਾਸ ਬਣ ਗਿਆ ਵੀ ਇੱਥੇ ਕੰਮ ਬਣ ਜਾਏਗਾ, ਤੇ ਉਹ ਗਏ ਤੇ ਠੀਕ ਵੀ ਹੋਏ। ਇੱਦਾਂ ਹੁੰਦਾ ਹੈ ਸਾਡੇ ਨਾਲ ਜ਼ਿੰਦਗੀ ਵਿੱਚ। ਸੋ ਹੁਣ ਵਿਸ਼ਵਾਸ ਬਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ ਜਾ ਕੇ ਮੈਨੂੰ ਅੱਲਾਹ ਤਾਲਾ ਦੇ ਦਰਸ਼ਨ ਹੋ ਜਾਣਗੇ। ਖੋਜਤ ਪਾਰਸ ਮਨਹੁ ਬਤਾਇਓ। ਉਹ ਇੰਨਾ ਖੁਸ਼ ਹੋਇਆ ਵੀ ਜਿਵੇਂ ਕਿਸੇ ਖੋਜੀ ਨੂੰ ਪਾਰਸ ਮਿਲ ਗਿਆ ਹੋਵੇ, ਕੋਈ ਲੱਭਦਾ ਹੋਵੇ ਤੇ ਉਹਨੂੰ ਪਾਰਸ ਦਾ ਵੱਟਾ ਮਿਲ ਗਿਆ ਹੋਵੇ। ਚਲ ਆਇਓ ਉਤਲਾਵਤ ਸੋ। ਬੜੀ ਕਾਹਲੀ ਨਾਲ ਉਹ ਛੇਤੀ ਨਾਲ ਸਾਰੇ ਪਾਸਿਓਂ ਨਿਰਾਸ਼ ਹੋ ਕੇ ਤੇ ਗੁਰੂ ਦੀ ਆਸ ਲਾ ਕੇ ਸ੍ਰੀ ਹਰਗੋਬਿੰਦਪੁਰ ਸਾਹਿਬ ਆ ਗਿਆ। ਚਿਤ ਮਹਿ ਚਿਤਵਤ ਕਿਸ ਬਿਦਸ ਜਾਊ। ਮਨ 'ਚ ਸੋਚਦਾ ਵੀ ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਹੋਣਗੇ। ਸੰਕਟ ਆਏ ਸੁਖਵਾਜੇ ਮਿਲਿਓ। ਪਹਿਲਾਂ ਆ ਕੇ ਖਵਾਜੇ ਨੂੰ ਮਿਲਿਆ। ਖਵਾਜੇ ਬਾਰੇ ਜਾਣਦਾ ਸੀ,
ਵੀ ਖਵਾਜਾ ਵੀ ਸਾਡਾ ਮੁਸਲਮਾਨ ਕਸ਼ਮੀਰੀ ਭਰਾ ਹੈ, ਤੇ ਉਹ ਵੀ ਰੱਬ ਦੇ ਦਰਸ਼ਨਾਂ ਲਈ ਗੁਰੂ ਹਰਗੋਬਿੰਦ ਦੀ ਸੇਵਾ ਕਰਦਾ। ਮੈਂ ਵੀ ਚੱਲ ਕੇ ਉਹਨੂੰ ਮਿਲਾਂ, ਉਹ ਮੇਰੀ ਸਿਫਾਰਿਸ਼ ਕਰ ਦੇਵੇ ਤੇ ਗੁਰੂ ਦੇ ਚਰਨਾਂ 'ਚ ਮੈਨੂੰ ਥਾਂ ਮਿਲ ਜਾਵੇ। ਜੋ ਗੁਰ ਪ੍ਰੇਮ ਬਿਖੈ ਢੁਲ ਰਲਿਓ। ਤੇ ਖਵਾਜਾ ਤੇ ਹਰ ਵੇਲੇ ਘੋੜੇ ਦੀ ਸੇਵਾ ਕਰਦਾ ਹੀ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਘੋੜੇ ਨੂੰ ਖਰਖਣਾ ਫੇਰਨਾ, ਬੁਰਸ਼ ਫੇਰਨਾ, ਮਾਲਿਸ਼ ਕਰਨੀ, ਇਸ਼ਨਾਨ ਕਰਾਉਣਾ, ਘਾਹ ਪੱਠਾ ਪਾਉਣਾ, ਉਹਦਾ ਲਦੇੜਾ ਸਾਫ਼ ਕਰਨਾ, ਸਾਰੀ ਸੇਵਾ ਘੋੜੇ ਦੀ ਖਵਾਜਾ ਕਰਦਾ ਸੀ। ਮੁਸਲਮਾਨ ਸੀ ਉਹ ਵੀ। ਖਵਾਜੇ ਦੇ ਕੋਲ ਆ ਗਿਆ ਜਾਨੀ, ਉਹਨੂੰ ਆ ਕੇ ਕਹਿੰਦਾ ਵੀ ਭਰਾਵਾ, ਮੈਂ ਪਹਿਲੀ ਵਾਰ ਆਇਆ ਗੁਰੂ ਦੇ ਘਰ, ਤੇ ਗੁਰੂ ਸਾਹਿਬ ਮੈਨੂੰ ਆਪਣੀ ਸ਼ਰਨ ਰੱਖ ਲੈਣਗੇ, ਕੋਈ ਕਿਰਪਾ ਕਰਨਗੇ। ਹਾਂਜੀ। ਸਗਰੀ ਆਪਣੀ ਬ੍ਰਿਥਾ ਸੁਣਾਈ। ਤੇ ਆਪਣੀ ਸਾਰੀ ਕਹਾਣੀ ਸੁਣਾਈ ਕਿ ਇੰਨੇ ਸਾਲ ਹੋ ਗਏ ਮੈਂ ਕਸ਼ਮੀਰ ਤੋਂ ਘਰੋਂ ਫਕੀਰ ਬਣ ਕੇ ਨਿਕਲਿਆ, ਫਲਾਣੇ ਫਲਾਣੇ ਸੰਤਾਂ ਮਹਾਂਪੁਰਸ਼ਾਂ ਫਕੀਰਾਂ ਨੂੰ ਮਿਲਿਆ, ਹਿੰਦੂਆਂ ਨੂੰ ਵੀ ਮਿਲਿਆ, ਮੁਸਲਮਾਨਾਂ ਨੂੰ ਵੀ ਮਿਲਿਆ, ਪਰ ਮੇਰੇ ਮਨ ਦੀ ਜਿਹੜੀ ਭੁੱਖ ਹੈ ਉਹ ਮਿਟੀ ਨਹੀਂ, ਜਿਹੜੀ ਅੰਦਰਲੀ ਪਿਆਸ ਹੈ ਉਹ ਬੁਝੀ ਨਹੀਂ ਕਿਤੋਂ। ਹਾਂਜੀ। ਮੈਂ ਖੋਜ ਤਨੇ ਬੈਸ ਬਿਤਾਈ। ਮੇਰੀ ਉਮਰ ਲੰਘ ਚੱਲੀ ਹੈ, ਖੋਜ ਮੇਰੀ ਜਾਰੀ ਹੈ, ਜਿੱਥੋਂ ਜਾ ਕੇ ਗੱਲ ਬਣਨੀ ਹੈ ਉਹ ਪਤਾ ਨਹੀਂ ਕਦੋਂ ਬਣਨੀ ਹੈ। ਹਾਂਜੀ। ਤੂੰ ਮਮ ਮੇਲੇ ਤੁਰਕ ਸਰੀਰ। ਤੂੰ ਮੇਰਾ ਮੇਲੀ ਹੈ, ਮੁਸਲਮਾਨ ਹੈ, ਸਾਡਾ ਤੁਹਾਡਾ ਧਰਮ ਰਲਦਾ ਹੈ, ਤੇ ਸਾਨੂੰ ਇੱਕ ਦੂਜੀ ਦੀ ਅੰਦਰ ਦੀ ਪਿਆਸ ਦਾ ਵੀ ਪਤਾ ਹੈ। ਤੂੰ ਵੀ ਅੱਲਾਹ ਤਾਲਾ ਦੇ ਦਰਸ਼ਨ ਕਰਨਾ ਚਾਹੁੰਦਾ ਤੇ ਮੈਂ ਵੀ ਅੱਲਾਹ ਦੇ ਦਰਸ਼ਨ ਕਰਨਾ ਚਾਹੁੰਦਾ। ਗੁਰ ਕੋ ਭੇਵ ਬਤਾਵਹੁ ਬੀਰ। ਤੂੰ ਗੁਰੂ ਜੀ ਦੇ ਕੋਲ ਰਹਿੰਦਾ, ਗੁਰੂ ਜੀ ਦੇ ਘੋੜੇ ਦੀ ਸੇਵਾ ਕਰਦਾ, ਤੈਨੂੰ ਜ਼ਿਆਦਾ ਭੇਤ ਹੈ। ਮੈਂ ਅੱਜ ਆਇਆ, ਤੈਨੂੰ ਕਈ ਮਹੀਨੇ ਸਾਲ ਹੋ ਗਏ ਨੇ ਇੱਥੇ ਰਹਿੰਦਿਆਂ ਨੂੰ, ਤੋ ਮੇਰੇ ਵੀਰ, ਮੇਰੇ ਭਾਈ, ਮੈਨੂੰ ਗੁਰੂ ਬਾਰੇ ਦੱਸ। ਹਾਂਜੀ। ਕਿਮ ਪ੍ਰਸੰਨ ਹੋਏ ਕਰਨਾ ਧਾਰੈ। ਇਹ ਖੁਸ਼ ਕਿਵੇਂ ਹੁੰਦੇ ਨੇ, ਕਿਵੇਂ ਪ੍ਰਸੰਨ ਹੁੰਦੇ ਨੇ, ਮਿਹਰ ਕਰਦੇ ਨੇ, ਕਿਉਂਕਿ ਗੁਰੂ ਦੀ ਪ੍ਰਸੰਨਤਾ ਲੈਣੀ ਹੈ। ਜਦੋਂ ਗੁਰੂ ਪ੍ਰਸੰਨ ਹੋ ਗਿਆ ਬਸ ਗੱਲ ਬਣ ਗਈ। ਹਾਂਜੀ। ਮੋਹੇ ਦੀਨ ਕੋ ਪੰਥ ਦਿਖਾੜੈ। ਇਹ ਮੈਨੂੰ ਨਿਮਾਣੇ ਨੂੰ ਆਪਣਾ ਰਾਹ ਦਿਖਾ ਦੇਣ, ਪੰਥ ਦਿਖਾ ਦੇਣ। ਤਬ ਖਵਾਜੇ ਨੇ ਸਭ ਬਿਦ ਕਹੀ। ਤਾਂ ਸਾਧ ਸੰਗਤ ਜੀ, ਖਵਾਜੇ ਨੇ ਜਾਨੀ ਦੀ ਗੱਲ ਸੁਣੀ ਤੇ ਉਹਨੂੰ ਆਖਿਆ, ਇਨ ਸਮ ਅਪਰ ਨਹੀਂ ਮਹਿਮਨੀ। ਦੇਖੋ ਭਰਾ ਜੀ, ਤੁਸੀਂ ਵੀ ਫਕੀਰ ਹੋ, ਤੁਸੀਂ ਬੜੇ ਸਾਧੂ ਸੰਤ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਤੇ ਮੈਂ ਵੀ ਕੀਤੇ, ਪਰ ਜਿਹੋ ਜਿਹੇ ਗੁਰੂ ਹਰਗੋਬਿੰਦ ਸਾਹਿਬ ਮੈਂ ਦੇਖੇ ਹੈ, ਇਹੋ ਜਿਹਾ ਫਕੀਰ ਕੋਈ ਵੇਖਿਆ ਨਹੀਂ ਮੈਂ। ਜਿਹੜੀ ਗੱਲ ਇੱਥੇ ਆ ਕੇ ਬਣੀ ਹੈ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ, ਉਹ ਕਿਤੇ ਬਣੀ ਨਹੀਂ ਤੇ ਬਣ ਸਕਦੀ ਵੀ ਨਹੀਂ। ਗੁਰ ਸਮਰੱਥ ਸਭ ਅੰਤਰ ਜਾਮੀ। ਇਹ ਪੂਰਨ ਅਵਤਾਰ ਨੇ, ਸਮਰੱਥ ਨੇ, ਔਰ ਦਿਲਾਂ ਦੀ ਜਾਣਨ ਵਾਲੇ ਨੇ। ਬੋਲਣਾ ਨਹੀਂ ਪੈਂਦਾ ਇਹਨਾਂ ਦੇ ਅੱਗੇ, ਦੱਸਣਾ ਨਹੀਂ ਪੈਂਦਾ, ਇਹ ਬਿਨਾਂ ਬੋਲਿਆ ਹੀ ਜਾਣਦੇ, ਬਿਨਾਂ ਬੋਲਿਆ ਸਭ ਕੁਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਹਾਂਜੀ। ਪ੍ਰੇਮ ਪਿਖੈ ਦਾਸਨ ਕੋ ਸੁਆਮੀ। ਇਹ ਆਪਣੇ ਦਾਸਾਂ ਦਾ ਪ੍ਰੇਮ ਦੇਖ ਕੇ, ਉਹਨਾਂ ਦੀ ਸ਼ਰਧਾ ਦੇਖ ਕੇ ਟੁੱਟ ਪੈਂਦੇ ਨੇ। ਹਾਂਜੀ। ਕਰਹਿ ਉਦਾਹਰਨ ਬਿਲਮ ਨਾ ਲਾਵੈ। ਤੇ ਮਿੰਟ 'ਚ ਹੀ ਪਾਰ ਉਤਾਰਾ ਕਰ ਦਿੰਦੇ, ਦੇਰ ਵੀ ਨਹੀਂ ਲਾਉਂਦੇ। ਇਹ ਨਹੀਂ ਵੀ ਕੋਈ ਸਮਾਂ ਲੱਗਦਾ, ਬਸ ਇੱਕ ਅੱਖ ਫਰਕਣ ਦੇ ਵਿੱਚ ਇਹ ਕੁਛ ਦਾ ਕੁਛ ਕਰ ਸਕਦੇ। ਮੈਨੂੰ ਇਹਨਾਂ ਨੇ ਆਖਿਆ ਸੀ ਨਿਹਾਲ, ਤੇ ਉਹ ਨਿਹਾਲ ਉਹਨਾਂ ਨੇ ਜਿਸ ਦਿਨ ਦਾ ਆਖਿਆ ਮੈਂ ਨਿਹਾਲ ਹੋ ਗਿਆ। ਇੱਕ ਵਾਰੀ ਆਖਿਆ ਨਿਹਾਲ ਤੇ ਬਸ ਮੈਂ ਨਿਹਾਲ ਹੋ ਗਿਆ। ਹਾਂਜੀ। ਜਿਸ ਦਿਨ ਕਰਨਾਰਸ ਢਲ ਆਵੈ। ਬਸ ਇਹ ਉਹਨਾਂ ਦੀ ਮਰਜ਼ੀ ਆ ਵੀ ਕਦੋਂ ਕਿਰਪਾ ਕਰਨੀ, ਅੱਜ ਕਰਨੀ ਹੈ, ਸਾਲ ਨੂੰ ਕਰਨੀ ਹੈ, 2 ਸਾਲ ਨੂੰ ਕਰਨੀ, ਕਦੋਂ ਕਰਨੀ। ਜਦੋਂ ਸਾਡੇ ਕਰਮ ਜਾਗਣਗੇ ਉਦੋਂ ਕਿਰਪਾ ਹੋਣੀ ਹੈ। ਜਿਸ ਦਿਨ ਕਿਰਪਾ ਦੇ ਘਰ 'ਚ ਆ ਕੇ ਮਿਹਰਬਾਨ ਹੋਣਗੇ ਛੇਵੇਂ ਪਾਤਸ਼ਾਹ, ਸ਼੍ਰੀ ਸਤਿਗੁਰ ਕੇ ਦੁਆਰੇ ਬਹੋ। ਤੂੰ ਵੀ ਜਿਵੇਂ ਮੈਂ ਬੂਹਾ ਮੱਲ ਕੇ ਬੈਠਾ, ਤੂੰ ਵੀ ਬਹਿ ਜਾ। ਗੁਰੂ ਦਾ ਦਰਵਾਜ਼ਾ ਮੱਲ ਲੈ, ਗੁਰੂ ਦਾ ਦਰ ਨਾ ਛੱਡੀ, ਗੁਰੂ ਆਪੇ ਕਿਰਪਾ ਕਰੇਗਾ। ਹਾਂਜੀ। ਕਿਸ ਤੇ ਸੁਨਹੁ ਨਾ ਕਿਹ ਸੋ ਕਹੋ। ਔਰ ਲੋਕਾਂ ਦੀਆਂ ਗੱਲਾਂ ਨਹੀਂ ਬਹੁਤੀਆਂ ਸੁਣਨੀਆਂ। ਇੱਥੇ ਵੀ ਗੁਰੂ ਘਰ 'ਚ ਗੱਲਾਂ ਕਰਨ ਵਾਲੇ ਬੜੇ ਨੇ, ਪਰ ਨਾ ਕਿਸੇ ਦੀ ਸੁਣੀ ਨਾ ਕਰੀ, ਸੇਵਾ ਕਰੀ ਜਾਈ। ਮਾਲਕ ਜਦੋਂ ਪ੍ਰਸੰਨ ਹੋਣਗੇ ਉਹਨਾਂ ਦੀ ਮਰਜ਼ੀ, ਕਿਸੇ ਨੂੰ ਸਿਫਾਰਿਸ਼ ਪਾਉਣ ਦੀ ਲੋੜ ਨਹੀਂ, ਕਿਸੇ ਨਾਲ ਆਪਣੇ ਅੰਦਰਲੀ ਅਵਸਥਾ ਦੀ ਗੱਲ ਕਰਨ ਦੀ ਵੀ ਲੋੜ ਨਹੀਂ। ਹਾਂਜੀ। ਹਿਰਦੇ ਅਰਧ ਹੋ ਤੂਸ਼ਨ ਠਾਨੋ। ਬਸ ਆਪਣੇ ਮਨ 'ਚ ਅਰਾਧੀ ਜਾਓ, ਚੁੱਪ ਕਰਕੇ ਜਪੀ ਜਾਓ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਇੱਦਾਂ ਮਹਾਰਾਜ ਸਾਹਿਬ ਜੀ ਨੂੰ ਯਾਦ ਕਰੀ ਜਾਓ। ਜਦੋਂ ਉਹਨਾਂ ਦੀ ਮਰਜ਼ੀ ਹੋਏਗੀ ਉਦੋਂ ਦਰਵਾਜ਼ਾ ਖੋਲ੍ਹ ਦੇਣਗੇ।
ਹਾਂਜੀ, ਨਿਜ ਪ੍ਰਸੰਗ ਕਿਹ ਸੋ ਨ ਬਖਾਨੋ। ਆਪਣੀ ਗੱਲ ਦੱਸਣ ਦੀ ਨਹੀਂ ਲੋੜ ਕਿਸੇ ਨੂੰ, ਕਿਉਂਕਿ ਲੋਕ ਜਿਹੜੇ ਨੇ ਪਹਿਲੀ ਗੱਲ ਤਾਂ ਸਮਝਦੇ ਨਹੀਂ, ਸੁਣਦੇ ਵੀ ਨਹੀਂ। ਜੇ ਸੁਣ ਲੈਣ ਤੇ ਮਖੌਲ ਜ਼ਰੂਰ ਉਡਾਉਂਦੇ ਆ। ਫਕੀਰਾਂ ਸਾਧੂਆਂ ਦਾ ਅੰਦਰਲੀ ਅਵਸਥਾ ਦਾ ਲੋਕ ਮਖੌਲ ਹੀ ਉਡਾਉਂਦੇ, ਹੁਣ ਕੀ ਪਤਾ ਵੀ ਅੰਦਰਲੀ ਗੱਲ ਕੀ ਹੈ। ਮਹਾਰਾਜ ਸਾਹਿਬ ਹੀ ਜਾਣਦੇ, ਤੇ ਜਿਹੜੇ ਜਾਣਦੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ, ਤੇ ਜਿਨ੍ਹਾਂ ਨੂੰ ਦੱਸਣਾ ਪੈਂਦਾ ਉਹਨਾਂ ਨੂੰ ਪਤਾ ਨਹੀਂ ਲੱਗਣਾ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ। ਦੱਸਣ ਦੀ ਲੋੜ ਹੀ ਨਹੀਂ ਕਹਿੰਦੇ। ਜਿਹਨੂੰ ਦੱਸਣਾ ਉਹ ਗੁਰੂ ਨੂੰ, ਉਹਨੂੰ ਪਤਾ ਹੈ, ਤੇ ਜਿਨ੍ਹਾਂ ਨੂੰ ਦੱਸ ਕੇ ਕੋਈ ਮਿਲਣਾ ਨਹੀਂ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ। ਇਸ ਕਰਕੇ ਚੁੱਪ ਹੋ ਕੇ ਸੇਵਾ ਕਰੀ ਜਾਓ। ਹਾਂਜੀ, ਜਬ ਜਨ ਹੈ ਤੇਰੋ ਅਹਿਵਾਲ। ਜਦੋਂ ਭਾਈ ਜਾਨੀ ਗੁਰੂ ਹਰਗੋਬਿੰਦ ਸਾਹਿਬ ਤੇਰਾ ਮਾਮਲਾ ਸਮਝ ਲੈਣਗੇ, ਜਾਣ ਲੈਣਗੇ ਵੀ ਹੁਣ ਇਹਦੀ ਸੇਵਾ ਪ੍ਰਵਾਨ ਹੋ ਗਈ ਹੈ, ਤੇ ਇਹਦੀ ਹੁਣ ਪੀੜਾ ਦੂਰ ਕਰੀਏ, ਫਿਰ ਦੇਰ ਨਹੀਂ ਲਾਣਗੇ। ਇਹ ਮੈਂ ਨਹੀਂ ਕਹਿ ਸਕਦਾ ਵੀ ਮਹੀਨਾ ਲੱਗੇ, 2 ਮਹੀਨੇ ਲੱਗਣ, ਸਾਲ ਲੱਗੇ, 10 ਸਾਲ ਲੱਗਣ, 12 ਲੱਗਣ, ਇਹ ਜਨਮ ਲੱਗੇ, ਅਗਲਾ ਜਨਮ ਲੱਗੇ, ਮੈਨੂੰ ਨਹੀਂ ਪਤਾ। ਜਦੋਂ ਉਹਨਾਂ ਦੀ ਮਰਜ਼ੀ ਹੋਏਗੀ ਉਦੋਂ ਆਪੇ ਕਿਰਪਾ ਕਰ ਦੇਣਗੇ। ਕਸਹਿ ਕਸੌਟੀ ਰਹੋ ਸੰਭਾਲ। ਉਹ ਕਸਵੱਟੀ ਜ਼ਰੂਰ ਲਾਣਗੇ, ਕਸਵੱਟੀ ਤੇ ਕੱਸਣਗੇ। ਯਾਦ ਰੱਖੀ, ਸੰਭਲ ਕੇ ਰਹੀ। ਜਦੋਂ ਕਸਵੱਟੀ ਲੱਗਦੀ ਉਦੋਂ ਡੋਲ ਜਾਂਦੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨ ਕੋਏ, ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ ਹੋਏ। ਜਿਹਨੇ ਮੌਤ ਨੂੰ ਕਬੂਲ ਕੀਤਾ ਉਹ ਗੁਰੂ ਦੀ ਕਸਵੱਟੀ ਸਹਿ ਸਕਦਾ। ਕਸਵੱਟੀ ਲਾਣਗੇ ਉਦੋਂ ਖੁੰਝ ਨਾ ਜਾਈ, ਕਿਤੇ ਸੌ ਨਾ ਜਾਈ, ਸਾਵਧਾਨ ਰਹੀ। ਹਾਂਜੀ, ਦਏ ਤਾਉ ਤੇ ਉਤਰਹਿ ਪੂਰਾ। ਤਾ ਦੇਣਗੇ ਉਹ, ਜਿਵੇਂ ਸੋਨੇ ਨੂੰ ਕਸਵੱਟੀ ਲੱਗਦੀ ਹੈ ਨਾ, ਕੁਠਾਲੀ 'ਚ ਪਾ ਕੇ ਸਾੜਦੇ ਨੇ, ਫਿਰ 'ਚ ਖੋਟ ਕੱਢ ਦਿੰਦੇ ਨੇ। ਜਦੋਂ ਉਹ ਕਸਵੱਟੀ ਲਾ ਕੇ ਤੇਰੇ ਅੰਦਰ ਦੀ ਖੋਟ ਕੱਢਣਗੇ ਉਦੋਂ ਤਾ ਸਹਿ ਲਈ, ਤੇ ਫਿਰ ਪੂਰਾ ਰਵੀਂ। ਜਦੋਂ ਪੂਰਾ ਉਤਰੇਗਾ ਫਿਰ ਤਾਰ ਦੇਣਗੇ। ਕਿਰਪਾ ਕਰਹਿ ਹੋਏ ਤਬ ਔਰ ਰੂਰਾ। ਕਿਰਪਾ ਕਰਨਗੇ, ਤੇਰਾ ਮਨ ਪਵਿੱਤਰ ਕਰ ਦੇਣਗੇ, ਸ਼ੁੱਧ ਕਰ ਦੇਣਗੇ। ਜਿਵੇਂ ਕੰਚਨ ਕੋ ਆਗਾਂ ਦੇਤਾ। ਜਿਵੇਂ ਅੱਗ ਦੇ ਉੱਤੇ ਸੋਨੇ ਨੂੰ ਤਾਈ ਦਾ ਕੁਠਾਲੀ 'ਚ ਪਾ ਕੇ ਸੇਕ ਦਈਦਾ, ਖੋਟ ਨਿਕਾਰ ਸੁੱਧ ਕਰ ਲੇਤਾ। ਤੇ ਸੋਨੇ ਦੀ ਖੋਟ ਕੱਢ ਦਿੰਦਾ ਸੁਨਿਆਰਾ। ਉਹਦੇ ਵਿੱਚੋਂ ਖੋਟ ਕੱਢ ਕੇ ਸੋਨੇ ਨੂੰ 24 ਗ੍ਰੇਡ ਜਾਂ 12 ਬੰਨੀ ਕਰ ਦਿੰਦਾ ਹੈ। 12 ਬੰਨੀ ਕੁੰਦਨ ਬਣ ਜਾਂਦਾ ਸੋਨਾ, ਉਹਦੇ 'ਚ ਮੈਲ ਨਹੀਂ ਰਹਿੰਦੀ। ਫਿਰ ਭਲੀ ਪ੍ਰਕਾਰ ਲੇਹੇ ਜਬ ਸੋਧੇ। ਜਦੋਂ ਮਹਾਰਾਜ ਭਲੀ ਪ੍ਰਕਾਰ ਚੰਗੀ ਤਰ੍ਹਾਂ ਸੋਧ ਲੈਣਗੇ ਤੈਨੂੰ, ਤਬ ਖੁਦਾਏ ਮਗ ਤੋਹੇ ਪ੍ਰਬੋਧੇ। ਤਾਂ ਤੈਨੂੰ ਰੱਬ ਦਾ ਰਾਹ ਦੱਸਣਗੇ। ਉਸ ਵੇਲੇ ਪ੍ਰਮਾਤਮਾ ਦੀ ਗੱਲ ਸਮਝਾਣਗੇ। ਸਫਲਹ ਕਹਿਨ ਇਨਹੋ ਤਤਕਾਲੂ। ਇਸ ਕਰਕੇ ਗੁਰੂ ਸਾਹਿਬ ਦਾ ਕਹਿਣਾ ਸਫਲ ਹੁੰਦਾ, ਇਹਨਾਂ ਦਾ ਕਿਹਾ ਹੋਇਆ ਮੁੜਦਾ ਨਹੀਂ। ਸੁਨਹਿ ਪੀਰ ਜੀ ਹੋਏ ਨਿਹਾਲੂ। ਜਦੋਂ ਨਿਹਾਲ ਹੋਣਗੇ, ਤੇਰੀ ਅਰਦਾਸ ਸੁਣਨਗੇ, ਤੈਨੂੰ ਵੀ ਨਿਹਾਲ ਕਰ ਦੇਣਗੇ। ਸੁਨ ਜਾਨੀ ਸੈਯਦ ਅਸਗਾਥਾ। ਭਾਈ ਖਵਾਜੇ ਕੋਲੋਂ ਸੈਯਦ ਜਾਨੀ ਨੇ ਜਦੋਂ ਇਹ ਗੱਲ ਸੁਣੀ, ਉਹਨੂੰ ਹੌਸਲਾ ਹੋ ਗਿਆ ਵੀ ਜੇ ਖਵਾਜਾ ਇੱਥੇ ਟਿਕਿਆ ਹੋਇਆ ਤੇ ਇੱਥੇ ਬਖਸ਼ਿਸ਼ ਹੋਈ ਹੈ, ਜੇ ਮੈਂ ਇਸ ਘਰ 'ਚ ਬਹਿ ਜਾਵਾਂ ਤੇ ਮੇਰੇ ਤੇ ਵੀ ਬਖਸ਼ਿਸ਼ ਜ਼ਰੂਰ ਹੋਵੇਗੀ। ਮਨ ਕਰ ਤਹੀਂ ਨਿਵਾਇ ਸਮਾਥਾ। ਉੱਥੋਂ ਹੀ ਉਹਨੇ ਮਹਾਰਾਜ ਨੂੰ ਮੱਥਾ ਟੇਕਦਾ, ਮਨ ਕਰਕੇ ਨਮਸਕਾਰ ਕਰ ਦਿੱਤੀ। ਭਇਓ ਸਥਿਰ ਗੁਰਦੁਆਰ ਅਗਾਰੀ। ਸ੍ਰੀ ਹਰਗੋਬਿੰਦਪੁਰੇ ਗੁਰੂ ਦੇ ਬੂਹੇ ਤੇ ਬਹਿ ਗਿਆ। ਭਾਵ ਗੁਰੂ ਘਰ 'ਚ ਹੀ ਰਹਿ ਗਿਆ, ਹੋਰ ਹੁਣ ਕਿਤੇ ਨਹੀਂ ਜਾਣਾ, ਕਿਸੇ ਹੋਰ ਫਕੀਰ ਕੋਲ ਨਹੀਂ ਜਾਣਾ, ਕਿਤੇ ਭਟਕਣਾ ਨਹੀਂ। ਬਸ ਇਹ ਮਹਾਰਾਜ 6ਵੇਂ ਪਾਤਸ਼ਾਹ ਜਦੋਂ ਮੇਰੀ ਗੱਲ ਬਣਾਉਣਗੇ ਉਦੋਂ ਬਣ ਜਾਏਗੀ। ਇਹ ਸੋਚ ਕੇ ਆਪਣਾ ਜਨਮ ਸਫਲਾ ਕਰਨ ਲਈ ਮੁਸਲਮਾਨ ਸੈਯਦ, ਜਿਸ ਦਾ ਨਾਮ ਇਤਿਹਾਸ ਵਿੱਚ ਜਾਨੀ ਆਉਂਦਾ ਹੈ, ਜਾਨੀ ਦਾ ਮਤਲਬ ਪਿਆਰਾ, ਉਹ ਗੁਰੂ ਸਾਹਿਬ ਦੇ ਕੋਲ ਹੀ ਰਹਿਣ ਲੱਗ ਪਿਆ। ਭੂਖ ਪਿਪਾਸਾ ਸਹਿ ਦੁਖ ਭਾਰੀ। ਕਹਿੰਦੇ ਬੜਾ ਤਪਸਵੀ ਸੀਗਾ, ਭੁੱਖ ਪਿਆਸ ਨੂੰ ਸਹਿ ਲੈਂਦਾ ਸੀ। ਰੋਟੀ ਨਾ ਮਿਲੇ ਕੋਈ ਗੱਲ ਨਹੀਂ, ਪਾਣੀ ਨਾ ਮਿਲੇ ਕੋਈ ਗੱਲ ਨਹੀਂ। ਤਤੀਕਸ਼ਕ ਉਹਨੂੰ ਕਹਿੰਦੇ, ਜਿਹੜਾ ਤਤੀਕਸ਼ਾ ਨੂੰ ਸਹਿ ਲੈਂਦਾ, ਦੁੱਖ ਸਹਿ ਲੈਂਦਾ ਹੋਵੇ। ਕਠਿਨ ਤੋਂ ਕਠਿਨ ਤਪੱਸਿਆ। ਸਾਧ ਸੰਗਤ ਜੀ, ਸਾਨੂੰ ਤਾਂ ਸਵੇਰੇ ਪ੍ਰਸ਼ਾਦਾ ਛਕੀਏ, ਦੁਪਹਿਰੀ ਨਹੀਂ ਰਿਹਾ ਜਾਂਦਾ, ਦੁਪਹਿਰੀ ਛਕੀਏ ਫਿਰ ਸ਼ਾਮ ਨੂੰ ਨਹੀਂ ਰਿਹਾ ਜਾਂਦਾ, ਅਤੇ ਪਾਣੀ ਵੀ ਅਤੇ ਖਾਣਾ ਵੀ ਅਤੇ ਸੌਣਾ ਵੀ। 8 ਪਹਿਰ ਅਸੀਂ ਇੱਧਰ ਹੀ ਸਾਡਾ ਧਿਆਨ ਹੈ। ਫਕੀਰੀ ਬੜੀ ਦੂਰ ਹੈ, ਫਕੀਰਾਂ ਨੂੰ ਬੜੇ ਤਪ ਕਰਨੇ ਪੈਂਦੇ। ਸੋ ਜਾਨੀ ਫਕੀਰ ਪਹਿਲਾਂ ਵੀ ਤਪਸਵੀ ਸੀਗਾ। ਕਈ ਸਾਧੂ ਸੰਤਾਂ ਕੋਲ ਰਿਹਾ ਸੀ, ਕਸ਼ਮੀਰ ਤੋਂ ਤੁਰਿਆ ਸੀ ਆਪਣਾ ਘਰ ਛੱਡ ਕੇ, ਅਤੇ ਬੜੇ ਬੜੇ ਡੇਰਿਆਂ 'ਚ ਭੁੱਖਾਂ ਤ੍ਰੇਹਾਂ ਕੱਟੀਆਂ, ਪਿਆਸਾਂ ਕੱਟੀਆਂ, ਰੋਟੀ ਕਿੱਥੇ ਮਿਲਦੀ ਡੇਰਿਆਂ 'ਚ ਛੇਤੀ ਕੀਤਿਆਂ।
ਫਕੀਰਾਂ ਦੇ ਖਾਸ ਕਰਕੇ ਉੱਥੇ ਤਾਂ ਰੱਬ ਦੇ ਦੇਵੇ ਖਾ ਲੈਂਦੇ ਵਿਚਾਰੇ, ਨਹੀਂ ਬੈਠੇ ਰਹਿੰਦੇ ਰੱਬ ਰੱਬ ਕਰੀ ਜਾਂਦੇ। ਸੋ ਇਹੋ ਜਿਹੇ ਸਾਧੂ ਸੰਤਾਂ ਨਾਲ ਰਿਹਾ ਸੀ, ਭੁੱਖ ਪਿਆਸ ਜਰਨੀ ਜਾਣਦਾ ਸੀ। ਸ੍ਰੀ ਗੁਰੂ ਕੋ ਹੀ ਰਹਿ ਜਿਹ ਸਮੋ, ਜਦੋਂ ਸਤਿਗੁਰੂ 6ਵੇਂ ਪਾਤਸ਼ਾਹ ਦੇ ਦਰਸ਼ਨ ਹੁੰਦੇ ਸੀ, ਮਹਾਦੀਨ ਹੋਏ ਧਾਰਤ ਨਮੋ, ਬੜੀ ਨਿਮਰਤਾ ਨਾਲ ਮੱਥਾ ਟੇਕਦਾ ਸੀ, ਸਜਦਾ ਕਰਦਾ ਸੀ ਗੁਰੂ ਸਾਹਿਬ ਦੇ ਚਰਨਾਂ ਤੇ। ਅਪਰ ਕਛੂ ਕੇ ਮੈਂ ਸੁਨ ਹੈ ਨ ਕਹੈ, ਹੋਰ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰਦਾ, ਨਾ ਕਿਸੇ ਦੀ ਸੁਣਦਾ ਸੀ। ਬਸ 6ਵੇਂ ਪਾਤਸ਼ਾਹ ਨੂੰ ਮੱਥਾ ਟੇਕਣਾ ਤੇ ਬਸ ਉਹਨੇ ਆਪਣੇ ਭਜਨ ਵਿੱਚ ਲੱਗੇ ਰਹਿਣਾ। ਸੇਵਾ ਜਿਹੜੀ ਉਹਨੂੰ ਮਿਲ ਗਈ ਉਹ ਕਰੀ ਜਾਂਦਾ ਸੀ। ਆਤ ਪਛਾਮ ਦਿਵਸ ਨਿਸ ਸਹੈ, ਜੇ ਗਰਮੀ ਵੀ ਹੋਵੇ ਤੇ ਗਰਮੀ ਧੁੱਪੇ ਬਹਿ ਕੇ ਕੱਟ ਲੈਂਦਾ ਸੀ, ਜੇ ਛਾਂ ਹੋਵੇ ਠੰਡ ਹੋਵੇ ਤਾਂ ਉੱਥੇ ਵੀ ਸਰਦੀ ਵੀ ਕੱਟ ਲੈਂਦਾ ਸੀ। ਧੁੱਪ ਛਾਂ ਨੂੰ ਸਹਿਣ ਜੋਗਾ ਸੀਗਾ। ਹਾਂਜੀ, ਨੀਚ ਗਰੀਬ ਬੈਠਿਓ ਇਕ ਥਾਨ, ਤੇ ਗਰਦਨ ਥੱਲੇ ਕਰਕੇ ਬਹਿੰਦਾ ਸੀ, ਇਦਾਂ ਕਰਕੇ ਸਿਰ ਨੀਵਾਂ ਕਰਕੇ ਬੈਠਾ ਰਹਿੰਦਾ ਸੀ। ਧੁੱਪੇ ਵੀ ਜੇ ਧੁੱਪ ਆ ਗਈ ਉਹਨੇ ਨਹੀਂ ਦੇਖਣਾ ਵੀ ਧੁੱਪ ਆ ਗਈ ਹੁਣ ਮੈਂ ਛਾਵੇਂ ਹੋ ਜਾਵਾਂ, ਜਾਂ ਠੰਡ ਹੈ ਤੇ ਮੈਂ ਧੁੱਪੇ ਹੋ ਜਾਵਾਂ। ਜਿੱਥੇ ਬਹਿ ਗਿਆ ਚੌਂਕੜਾ ਲਾ ਕੇ ਸਿਰ ਨੀਵਾਂ ਕਰਕੇ ਉੱਥੇ ਬੈਠਾ ਰਹਿੰਦਾ ਸੀ ਸੈਯਦ ਜਾਨੀ। ਮਨ ਮਹਿ ਰੱਖੈ ਸਤਿਗੁਰ ਧਿਆਨ, ਮਨ ਵਿੱਚ ਗੁਰੂ ਜੀ ਦਾ ਧਿਆਨ ਰੱਖਦਾ ਸੀ, 6ਵੇਂ ਪਾਤਸ਼ਾਹ ਦੇ ਸਰੂਪ ਦਾ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਉੱਤੇ ਬਿਰਤੀ ਟਿਕਾਈ ਹੋਈ ਸੀ। ਹਾਂਜੀ, ਕਿਤੇ ਕੋ ਦਿਵਸ ਮਹਿ ਕਹਿਓ ਗੁਸਾਈ, ਕੁਝ ਦਿਨ ਲੰਘ ਗਏ। ਕੁਝ ਦਿਨਾਂ ਬਾਅਦ ਮਹਾਰਾਜ 6ਵੇਂ ਪਾਤਸ਼ਾਹ ਬੋਲੇ, ਇਹ ਕੋ ਬੈਠਿਓ ਬੁਝ ਹੋ ਜਾਈ। ਵੀ ਆਹ ਕੌਣ ਬੈਠਾ? ਸਿਰ ਸੁੱਟ ਕੇ ਥੱਲੇ, ਕੌਣ ਬੈਠਾ ਪੁੱਛੋ ਇਹਨੂੰ। ਹਾਂਜੀ, ਪਠਿਓ ਸਿੱਖ ਇਮ ਪੂਛ ਪਠਾਇਓ, ਸਿੱਖ ਨੂੰ ਭੇਜਿਆ। ਉਹ ਬੰਦਾ ਬੈਠਾ, ਫਕੀਰ ਬੈਠਾ ਸਿਰ ਨੀਵਾਂ ਕਰਕੇ। ਕਿਉਂ ਬੈਠਾ? ਕੌਣ ਹੈ ਉਹ? ਪੁੱਛੋ ਜਰਾ। ਇਉਂ ਪਾਤਸ਼ਾਹ ਨੇ ਸਿੱਖ ਨੂੰ ਭੇਜ ਦਿੱਤਾ। ਕੌਣ ਅਰਥ ਧੂਆਂ ਤੁਮ ਪਾਇਓ, ਤੇ ਮਹਾਰਾਜ ਦੇ ਕੋਲ ਜਾ ਕੇ ਉਹ ਸਿੱਖ ਨੇ ਜਾ ਕੇ ਸੈਯਦ ਦੇ ਕੋਲ ਜਾ ਕੇ ਪੁੱਛਿਆ। ਕਹਿਣ ਲੱਗੇ ਵੀ ਇੱਥੇ ਤੂੰ ਧੂਆਂ ਲਾ ਕੇ ਧੂਣਾ ਲਾ ਕੇ ਬੈਠਾ ਹੈ, ਕਿਉਂ ਬੈਠਾ ਹੈ? ਬਸਤਰ ਦਰਬ ਤੇ ਆਦਿਕ ਆਨ, ਹਾਂ, ਕਹਿੰਦੇ ਜੋ ਤੈਨੂੰ ਚਾਹੀਦਾ, ਕੱਪੜਾ ਚਾਹੀਦਾ, ਪੈਸਾ ਚਾਹੀਦਾ, ਕੋਈ ਚੀਜ਼ ਚਾਹੀਦੀ ਦੱਸ ਦੇ, ਉਹ ਲੈ ਜਾ। ਹਾਂਜੀ, ਸੋ ਮੁਖ ਤੇ ਪ੍ਰਾਰਥਾ ਠਾਨ, ਉਹ ਆਪਣੇ ਮੂੰਹ ਤੋਂ ਦੱਸ, ਬੇਨਤੀ ਕਰ ਤੇ ਗੁਰੂ ਸਾਹਿਬ ਦੇ ਦੇਣਗੇ। ਤੈਨੂੰ ਕੱਪੜਾ ਚਾਹੀਦਾ ਜਾਂ ਪੈਸਾ ਟਕਾ ਚਾਹੀਦਾ ਤਾਂ ਉਹ ਤੈਨੂੰ ਮਿਲ ਸਕਦਾ। ਹਾਂਜੀ, ਕਹਿ ਗੁਰ ਘਰ ਤੇ ਲੀਜਹਿ ਪਾਏ, ਗੁਰੂ ਘਰ ਤੋਂ ਸਾਰਾ ਕੁਝ ਮਿਲ ਜਾਂਦਾ। ਤੇ ਤੂੰ ਇੰਝ ਕਰ, ਗੁਰੂ ਘਰ ਚੋਂ ਮਹਾਰਾਜ ਨੂੰ ਬੇਨਤੀ ਕਰਕੇ ਕੱਪੜੇ ਜਾਂ ਕੋਈ ਖਾਣ ਪੀਣ ਦਾ ਸਮਾਨ ਜਾਂ ਪੈਸਾ ਚਾਹੀਦਾ 150 ਰੁਪਈਆ, ਉਹ ਤੈਨੂੰ ਮਿਲ ਜਾਏਗਾ। ਮੰਗ ਲੈ ਚੱਲ ਕੇ। ਕਰ ਕਾਰਜ ਕੋ ਸਦਨ ਸਿਧਾਏ, ਆਪਣਾ ਕੰਮ ਕਰ ਤੇ ਵਾਪਸ ਚਲਾ ਜਾ ਭਾਈ ਘਰ ਆਪਣੇ। ਗਇਓ ਸਿੱਖ ਨੇ ਸਰਬ ਸੁਨਾਈ, ਗੁਰੂ ਸਾਹਿਬ ਦਾ ਇਹ ਬਚਨ ਸਿੱਖ ਨੇ ਜਾ ਕੇ ਜਦੋਂ ਕਿਹਾ ਉਸ ਜਾਨੀ ਸੈਯਦ ਨੂੰ, ਮੁਸਲਮਾਨ ਨੂੰ, ਨਿਜ ਅਬਿਲਾਖਾ ਦੇ ਹੋ ਜਨਾਈ। ਹਾਂ ਫਕੀਰ ਜੀ, ਤੁਸੀਂ ਇੱਥੇ ਧੂਆਂ ਪਾ ਕੇ ਬੈਠੇ ਹੋ, ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ? ਆਪਣੀ ਅਭਿਲਾਸ਼ਾ ਦੱਸੋ। ਤੁਹਾਨੂੰ ਜੋ ਚਾਹੀਦਾ, ਰੋਟੀ ਕੱਪੜਾ ਮਕਾਨ ਜੋ ਵੀ ਚਾਹੀਦਾ ਗੁਰੂ ਸਾਹਿਬ ਦੇ ਦੇਣਗੇ, ਪੈਸਾ ਵੀ ਦੇ ਦੇਣਗੇ। ਤੁਸੀਂ ਆਪਣਾ ਲੈ ਕੇ ਘਰ ਜਾਓ ਆਪਣੇ। ਸਤਿਗੁਰ ਕੈ ਪਰਵਾਹ ਨਾ ਕੋਈ, ਇਹ ਗੁਰੂ ਦਾ ਘਰ ਹੈ, ਬਾਦਸ਼ਾਹ ਦਾ ਘਰ ਹੈ, ਇੱਥੇ ਕੋਈ ਪ੍ਰਵਾਹ ਥੋੜਾ। ਤੈਨੂੰ 100-200 ਰੁਪਇਆ ਦੇਣ ਨਾਲ ਗੁਰੂ ਦਾ ਕੁਝ ਨਹੀਂ ਘਟ ਚੱਲਿਆ। ਤੂੰ ਕੁਝ ਮੰਗ ਲੈ, ਤੈਨੂੰ ਮਿਲ ਜਾਏਗਾ। ਤੋਹੇ ਭਾਗ ਮਹਿ ਪ੍ਰਾਪਤ ਸੋਈ, ਜੋ ਤੈਨੂੰ ਚਾਹੀਦਾ ਦੱਸ, ਉਹ ਤੇਰੇ ਭਾਗਾਂ 'ਚ ਤੈਨੂੰ ਮਿਲ ਜਾਣਾ। ਗੁਰੂ ਜੀ ਨੇ ਆਪ ਕਿਹਾ ਵੀ ਜੇ ਮੰਗੇਗਾ, ਜੋ ਮੰਗੇਗਾ ਦੇ ਦਿਆਂਗੇ। ਸੁਣੀ ਸਿੱਖ ਤੇ ਸੈਯਦ ਜਾਨੀ, ਜਦੋਂ ਜਾਨੀ ਸੈਯਦ ਨੇ ਸਿੱਖ ਦੇ ਕੋਲੋਂ ਇਹ ਗੱਲ ਸੁਣੀ, ਹੋਏ ਨਮਰ ਕਰ ਜੋਰ ਬਖਾਨੀ, ਬੜੀ ਨਿਮਰਤਾ ਨਾਲ ਹੱਥ ਜੋੜ ਕੇ ਕਹਿਣ ਲੱਗਾ ਨਸਵਰ ਅਹ ਪਦਾਰਥ ਸਾਰੇ, ਕਿ ਗੁਰੂ ਜੀ ਨੂੰ ਕਹੋ ਕਿ ਜਿਹੜੇ ਦੁਨੀਆ ਦੇ ਪਦਾਰਥ ਨੇ ਨਾ, ਇਹ ਤੇ ਨਾਸਮਾਨ ਨੇ ਸਾਰੇ, ਇਹ ਤਾਂ ਸਾਰੀਆਂ ਚੀਜ਼ਾਂ ਖਤਮ ਹੋਣ ਵਾਲੀਆਂ ਨੇ। ਤਿਨ ਕੋ ਲੋਭ ਨਾ ਹਿਰਦੇ ਹਮਾਰੇ, ਉਹਨਾਂ ਚੀਜ਼ਾਂ ਦਾ ਮੇਰੇ ਮਨ 'ਚ ਕੋਈ ਲਾਲਚ ਨਹੀਂ। ਮੈਂ ਪੈਸੇ ਲੈਣ ਨਹੀਂ ਆਇਆ ਗੁਰੂ ਘਰ, ਨਾ ਮੈਨੂੰ ਕੋਈ ਹੋਰ ਵਸਤੂ ਚਾਹੀਦੀ ਹੈ। ਮੈਂ ਤਾਲਿਬ ਮੋਲਾ ਕੋ ਏਕ, ਮੈਂ ਤਾਂ ਉਸ ਮੌਲਾ ਦੇ ਦਰਸ਼ਨਾਂ ਦਾ ਤਾਲਿਬ ਹਾਂ। ਤਾਲਿਬ ਮੈਨੇ ਇੱਛਾ ਰੱਖਣ ਵਾਲਾ, ਤਲਬ ਰੱਖਣ ਵਾਲਾ। ਤਲਬ ਦਾ ਮਤਲਬ ਹੁੰਦਾ ਇੱਛਾ, ਤੇ ਤਾਲਿਬ ਕਹਿੰਦੇ ਇੱਛਾ ਰੱਖਣ ਵਾਲਾ। ਮੈਂ ਤਾਲਿਬ ਹਾਂ, ਮੈਨੂੰ ਤਲਬ ਹੈ, ਇੱਛਾ ਹੈ ਵਾਹਿਗੁਰੂ ਜੀ ਦੀ। ਦੇਹੇ ਕਿਰਪਾ ਕਰ ਜਲਦ ਵਿਵੇਕ, ਔਰ ਮੈਨੂੰ ਕਿਰਪਾ ਕਰਕੇ ਉਸ ਮੌਲਾ ਦੇ ਦਰਸ਼ਨ ਕਰਾ ਦੇਣ
ਗਿਆਨ ਦੇ ਸਾਗਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕਰੋ। ਸਿੱਖਨ ਸੁਨ ਕੈ ਜਾਏ ਸੁਨਾਈ। ਸਿੱਖਾਂ ਨੇ ਜਾ ਕੇ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ। ਕਰੀ ਮੌਨ ਤਬ ਗੁਰ ਗੋਸਾਈ। ਮਹਾਰਾਜ ਸੁਣ ਕੇ ਚੁੱਪ ਕਰ ਗਏ। ਮਹਾਰਾਜ ਨਹੀਂ ਬੋਲੇ ਫਿਰ ਮੁੜ ਕੇ। ਹਾਂਜੀ, ਕਿਤਕ ਕਾਲ ਮਹਿ ਆਗਿਆ ਦੀਨ। ਕੁਝ ਸਮੇਂ ਬਾਅਦ ਫਿਰ ਆਗਿਆ ਦਿੱਤੀ। ਕਰੋ ਓਟ ਇਸ ਦਿਸ਼ ਤੇ ਚੀਨ। ਕਹਿੰਦੇ ਇੱਧਰ ਕੰਧ ਕਰ ਦਿਓ, ਇਹ ਸਾਹਮਣੇ ਦਿਸਣਾ ਨਹੀਂ ਚਾਹੀਦਾ ਸਾਨੂੰ। ਹਾਂਜੀ, ਭੀਤ ਉਚੇਰੀ ਦੇਹੋ ਚਨਵਾਈ। ਜਿੱਥੇ ਉਹ ਧੂਣਾ ਲਾ ਕੇ ਬੈਠਾ ਉਹ ਬੈਠਾ ਰਵੇ, ਉਹਦੇ ਆਲੇ ਦੁਆਲੇ ਉਰਲੇ ਪਾਸੇ ਉੱਚੀ ਕੰਧ ਕਰ ਦਿਓ ਤਾਂ ਕਿ ਸਾਡੇ ਸਾਹਮਣੇ ਦਰਸ਼ਨ ਨਾ ਹੋਣ। ਹਾਂਜੀ, ਆਵਤ ਜਾਤ ਨਹੀਂ ਦਰਸਾਈ। ਆਉਂਦੇ ਜਾਂਦਿਆਂ ਨਾ ਦਿਸੇ, ਨਜ਼ਰ ਨਾ ਆਵੇ। ਤਬ ਸੁਨ ਸਿੱਖਣ ਤੈਸੇ ਕੀਨਸ। ਸਿੱਖਾਂ ਨੇ ਮਹਾਰਾਜ ਦਾ ਬਚਨ ਸੁਣ ਕੇ ਉਵੇਂ ਹੀ ਕੰਧ ਖੜੀ ਕਰ ਦਿੱਤੀ ਮਿੰਟਾਂ ਵਿੱਚ ਹੀ। ਤਿਸ ਕੇ ਅਗਰ ਚਨਾਏ ਸੋ ਦੀਨਸ। ਉਹਦੇ ਅਗਲੇ ਪਾਸੇ ਕੰਧ ਚਿਣ ਦਿੱਤੀ। ਜਾਨੀ ਬੈਠ ਰਹਿਓ ਗਹਿ ਸੇਵਾ। ਜਾਨੀ ਮਹਾਰਾਜ ਦੀ ਸੇਵਾ 'ਚ ਉਦਾਂ ਹੀ ਲੱਗਾ ਰਿਹਾ, ਬੈਠਾ ਰਿਹਾ। ਦਰਸ ਨਹੀਂ ਹੋਇਆ ਤਬ ਗੁਰਦੇਵਾ। ਹੁਣ ਗੁਰੂ ਜੀ ਦੇ ਦਰਸ਼ਨ ਹੋਣੇ ਹਟ ਗਏ। ਅੱਗੇ ਰੋਜ਼ ਮਹਾਰਾਜ ਦੇ ਦਰਸ਼ਨ ਹੁੰਦੇ ਸੀ, ਹੁਣ ਮਹਾਰਾਜ ਨੇ ਕੰਧ ਕਰਾ ਦਿੱਤੀ। ਅੱਗੇ ਵਿਚਾਰੇ ਨੂੰ ਦਰਸ਼ਨ ਨਹੀਂ ਹੁੰਦੇ ਜਾਨੀ ਨੂੰ। ਨਿਸ ਦਿਨ ਨਾਮ ਗੁਰੂ ਕੋ ਜਪੈ। ਪਰ ਦਿਨ ਰਾਤ ਗੁਰੂ 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 ਜਪਦਾ ਰਹਿੰਦਾ। ਹਾਂਜੀ, ਆਤ ਪਛੁਦਾ ਆਦ ਤੇ ਤਪੈ। ਭੁੱਖ ਵੀ ਸਹਿ ਲੈਂਦਾ, ਪਿਆਸ ਵੀ ਸਹਿ ਲੈਂਦਾ ਤੇ ਧੁੱਪ ਵੀ ਸਹਿ ਲੈਂਦਾ ਸਰੀਰ ਦੇ ਉੱਤੇ। ਹਾਂਜੀ, ਮਨ ਮਹਿ ਪ੍ਰੇਮ ਬਿਰਧਾਏ ਬਿਸਾਲਾ। ਮਨ 'ਚ ਪ੍ਰੇਮ ਬੜਾ ਵੱਧ ਗਿਆ ਹੈ। ਤਰਹਿ ਧਿਆਨ ਸਥਿਰ ਸਭ ਕਾਲਾ। ਔਰ ਸਾਧ ਸੰਗਤ ਜੀ ਧਿਆਨ ਟਿਕਾ ਕੇ ਗੁਰੂ ਜੀ ਦਾ ਸਿਮਰਨ ਕਰਦਾ ਰਹਿੰਦਾ ਹੈ। ਗੁਰ ਕੋ ਸੇਵਕ ਖਵਾਜਾ ਜੋਈ। ਜਿਹੜਾ ਗੁਰੂ ਦਾ ਦੂਜਾ ਸੇਵਕ ਹੈ ਖਵਾਜਾ, ਘੋੜੇ ਦੀ ਸੇਵਾ ਕਰਨ ਵਾਲਾ, ਕੁਛ ਸੁਧ ਖਾਨ ਪਾਨ ਤੇਲ ਸੋਈ। ਉਹ ਕਿਤੇ ਦੋ ਪ੍ਰਸ਼ਾਦੇ ਲੰਗਰ 'ਚੋਂ ਚੁੱਕ ਕੇ ਉਸ ਨੂੰ ਖਵਾ ਦੇਵੇ ਤੇ ਖਵਾ ਦੇਵੇ। ਉਹ ਜਾਨੀ ਨੂੰ ਮਾੜਾ ਮੋਟਾ ਦੇਖ ਲੈਂਦਾ, ਉਹਨੂੰ ਦਿਹਾੜੀ ਚੱਕਰ ਦੀ ਵਾਰੀ ਪ੍ਰਸ਼ਾਦਾ ਛਕਾ ਦਿੰਦਾ, ਉਹ ਛਕ ਲੈਂਦਾ। ਹਾਂਜੀ, ਜਾਨੀ ਕੋ ਇੱਕ ਜਾਨਾ ਬਿਨਾ। ਕਹਿੰਦੇ ਪਰ ਜਾਨੀ ਨੂੰ ਇੱਕ ਗੁਰੂ ਤੋਂ ਬਿਨਾਂ ਸਬਰ ਨਹੀਂ ਆਉਂਦਾ। ਜਾਨਾ ਮੈਨੇ ਪ੍ਰੀਤਮ, ਇੱਕ ਪ੍ਰੀਤਮ ਪਿਆਰੇ ਸਤਿਗੁਰੂ ਤੋਂ ਬਿਨਾਂ ਜਾਨੀ ਨੂੰ ਕਛ ਨਾ ਸੁਹਾਵਤ ਔਰ ਇੱਕ ਛਿਨਾ। ਕੁਛ ਚੰਗਾ ਨਹੀਂ ਲੱਗਦਾ। ਇੱਕ ਛਿਨ 'ਚ ਵੀ ਇੱਕ ਪਲ ਵੀ ਚੈਨ ਨਹੀਂ ਹੁੰਦਾ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੈ ਤੁਧ ਭਗਵੰਤਾ। ਇੱਦਾਂ ਦੀ ਦਸ਼ਾ ਉਹਦੀ ਬਣ ਚੁੱਕੀ ਹੈ। ਭਇਓ ਪ੍ਰੇਮ ਤੇ ਚਿਤ ਮਸਤਾਨਾ। ਔਰ ਪ੍ਰੇਮ 'ਚ ਮਸਤਾਨਾ ਹੋ ਗਿਆ, ਮਸਤੀ ਚੜ੍ਹ ਗਈ। ਇਹ ਅਵਸਥਾ ਹੌਲੇ ਹੌਲੇ ਬਣਦੀ ਹੈ। ਪਹਿਲਾਂ ਸਾਧ ਸੰਗਤ ਜੀ ਗੁਰੂ ਘਰ ਆ ਕੇ ਬੈਠਣਾ ਪੈਂਦਾ, ਫਿਰ ਗੁਰੂ ਨਾਲ ਪਿਆਰ ਹੁੰਦਾ, ਬਾਣੀ ਸੁਣੀ ਦੀ, ਕਥਾ ਸੁਣੀ ਦੀ, ਕੀਰਤਨ ਸੁਣੀ ਦਾ। ਫਿਰ ਕਦੀ ਸਮਾਂ ਆਉਂਦਾ, ਕਸਵੱਟੀਆਂ ਲੱਗਣੀਆਂ ਸ਼ੁਰੂ ਹੁੰਦੀਆਂ, ਫਿਰ ਪ੍ਰੇਮ ਦਾ ਰੰਗ ਚੜ੍ਹਦਾ, ਫਿਰ ਅੱਗੇ ਗੱਲ ਬਣਦੀ ਹੈ। ਇੱਦਾਂ ਜਾਨੀ ਜਿਹੜਾ ਸੀ ਉਹ ਮਸਤਾਨਾ ਹੋ ਗਿਆ ਗੁਰੂ ਦੇ ਪਿਆਰ ਵਿੱਚ। ਦਿਨ ਪ੍ਰਤ ਬ੍ਰਧ ਤੋ ਜਾਤ ਮਹਾਨਾ। ਉਹ ਪ੍ਰੇਮ ਦਿਨੋਂ ਦਿਨ ਹੁਣ ਵੱਧਦਾ ਜਾਂਦਾ ਹੈ। ਗੁਰ ਪਿਆਰੇ ਕੀ ਲਾਗੀ ਲਗਨ। ਹੁਣ ਗੁਰੂ ਪਿਆਰੇ ਦੀ ਲਗਨ ਲੱਗ ਗਈ। ਪਿਆਰਾ ਸਤਿਗੁਰੂ ਹੀ ਚੰਗਾ ਲੱਗਦਾ, ਹੋਰ ਕੁਝ ਚੰਗਾ ਨਹੀਂ ਲੱਗਦਾ। ਸਕਲ ਕਾਲ ਮਹਿ ਪ੍ਰੀਤ ਨੇ ਮਗਨ। ਹਰ ਵੇਲੇ ਜਾਨੀ ਦਿਨ ਰਾਤ ਅੱਠੇ ਪਹਿਰ ਗੁਰੂ ਦੇ ਪ੍ਰੇਮ ਵਿੱਚ ਹੀ ਮਗਨ ਰਹਿੰਦਾ। ਹੋਰ ਉਹਨੂੰ ਕੋਈ ਖਿਆਲ ਨਹੀਂ ਆਉਂਦਾ, ਹੋਰ ਕੋਈ ਫੁਰਨਾ ਨਹੀਂ। ਮਾੜੇ ਖਿਆਲ ਤਾਂ ਕੀ, ਚੰਗੇ ਵੀ ਨਹੀਂ ਆਉਂਦੇ ਦੁਨਿਆਵੀ। ਜਿਹੜੇ ਦੁਨਿਆਵੀ ਖਿਆਲ ਨੇ ਚੰਗੇ ਵੀ ਹੁੰਦੇ, ਮਾੜੇ ਵੀ ਹੁੰਦੇ, ਉਹ ਦੋਵੇਂ ਹੀ ਖਤਮ ਹੋ ਗਏ। ਹੁਣ ਗੁਰੂ ਦਾ ਹੀ ਖਿਆਲ ਰਹਿ ਗਿਆ। ਅੱਠੇ ਪਹਿਰ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਹੀ ਸਿਮਰਨ ਕਰਦਾ ਹੈ। ਦਰਸ਼ਨ ਬਿਨਾ ਦਰਸ ਕਰ ਨੀਤ। ਗੁਰੂ ਮਹਾਰਾਜ ਦੇ ਦਰਸ਼ਨ ਨਹੀਂ ਹੁੰਦੇ, ਪਰ ਦਰਸ਼ਨ ਰੋਜ਼ ਹੁੰਦੇ। ਆਖੋ ਸ੍ਰੀ ਵਾਹਿਗੁਰੂ। ਕੰਧ ਖੜੀ ਹੈ, ਪ੍ਰਤੱਖ ਦਰਸ਼ਨ ਨਹੀਂ ਹੁੰਦੇ, ਪਰ ਧਿਆਨ ਵਿੱਚ ਤਾਂ ਹਰ ਵੇਲੇ ਦਰਸ਼ਨ ਕਰਦਾ ਰਹਿੰਦਾ ਹੈ। ਬਿਨਾ ਸੁਨਾਏ ਸੋ ਸੁਨ ਤੋ ਚੀਤ। ਤੇ ਬਿਨਾਂ ਸੁਣਾਇਆ ਉਹਦੀ ਗੱਲ ਗੁਰੂ ਸਾਹਿਬ ਸੁਣ ਵੀ ਰਹੇ ਨੇ। ਗੁਰੂ ਸਾਹਿਬ ਉਹਦੇ ਨਾਲ ਗੱਲਾਂ ਕਰਦੇ ਨੇ ਕਿ ਉੱਦਾਂ ਤਾਂ ਨਹੀਂ ਕਰਦੇ, ਪਰ ਅੰਦਰ ਦੀਆਂ ਗੱਲਾਂ ਹੁੰਦੀਆਂ, ਉਹ ਸੁਣਦਾ ਹੈ। ਹਾਂਜੀ, ਬਿਨ ਆਹਾਰ ਤੇ ਤ੍ਰਿਪਤਿਓ ਰਹੇ। ਬਿਨਾਂ ਰੋਟੀ ਦੇ ਰੱਜਿਆ ਰਹਿੰਦਾ ਹੈ। ਮਨ ਮਹਿ ਮਸਤ ਮੌਨ ਸੁਖ ਲਹੇ। ਮਨ ਵਿੱਚ ਹੀ ਮਸਤ ਹੋ ਗਿਆ, ਚੁੱਪ ਵਿੱਚ ਹੀ ਆਨੰਦ ਬਣ ਗਿਆ ਹੈ। ਇਸ ਪ੍ਰਕਾਰ ਬੀਤਿਓ ਚਿਰਕਾਲ। ਇਸ ਤਰ੍ਹਾਂ ਕਾਫੀ ਸਮਾਂ ਬੀਤ ਗਿਆ। ਸ਼੍ਰੀ ਸਤਿਗੁਰ ਨੇ ਕਰੀ ਸੰਭਾਲ। ਮਹਾਰਾਜ ਨੇ ਉਸ ਜਾਨੀ ਦਾ ਕੋਈ ਵੀ ਉਹਨੂੰ ਪੁੱਛਿਆ ਨਹੀਂ, ਉਹਦਾ ਕੋਈ ਹਾਲ ਚਾਲ ਨਹੀਂ ਪੁੱਛਿਆ, ਉਹਦੀ ਸੰਭਾਲ ਨਹੀਂ ਕੀਤੀ ਉਹਦੀ। ਹਾਂਜੀ, ਤਿਸ ਔਰ ਪ੍ਰੀਤ ਘਟੀ ਨਹਿ ਕਿਉ ਹੂੰ। ਪਰ ਉਹਦੀ ਪ੍ਰੀਤ ਘਟੀ ਥੋੜ੍ਹਾ, ਵੱਧਦੀ ਜਾ ਰਹੀ। ਸਾਨੂੰ ਤੇ ਸਾਧ ਸੰਗਤ ਜੀ ਗੁਰਦੁਆਰੇ ਆਇਆ, ਜੇ ਕੋਈ
ਸਰੋਪਾ ਨਾ ਮਿਲੇ ਤੇ ਅਸੀਂ ਮੁੜ ਕੇ ਗੁਰਦੁਆਰੇ ਥੋੜ੍ਹਾ ਵੜਨਾ। ਤੇ ਉਹ ਗੁਰੂ ਤੋਂ ਕੁਛ ਵੀ ਨਹੀਂ ਮੰਗਿਆ। ਗੁਰੂ ਨੇ ਪੁੱਛਿਆ ਹੀ ਨਹੀਂ ਵੀ ਤੂੰ ਕਿੱਧਰੋਂ ਆਇਆ, ਕਿਉਂ ਆਇਆ, ਕੀ ਹੈ, ਕੰਮ ਕੀ ਹੈ, ਨਾ, ਉਹ ਲੱਗਾ ਹੀ ਰਿਹਾ, ਬਸ ਆਪਣੇ ਰੰਗ ਵਿੱਚ ਹੋਰ ਰੰਗੀ ਗਿਆ। ਦਿਨ ਪ੍ਰਤ ਵਧਤ ਜਾਤ ਸੁਖ ਤਿਉ ਹੂ। ਉਹਦਾ ਅੰਦਰਲਾ ਸੁੱਖ ਵੱਧਦਾ ਜਾ ਰਿਹਾ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ। ਦਰਸ਼ਨ ਕੀ ਅਬਿਲਾਖ ਵਿਸਾਲਾ। ਗੁਰੂ ਜੀ ਦੇ ਦਰਸ਼ਨਾਂ ਦੀ ਬੜੀ ਭਾਰੀ ਅਭਿਲਾਸ਼ਾ, ਬਹੁਤ ਜ਼ਿਆਦਾ ਇੱਛਾ ਹੋ ਗਈ ਹੈ। ਕਰਹਿ ਕਿਰਪਾ ਸਤਿਗੁਰ ਕਿਸ ਕਾਲਾ। ਤੇ ਮਹਾਰਾਜ ਕਦੋਂ ਕਿਰਪਾ ਕਰਨਗੇ, ਕਦੋਂ ਦਰਸ਼ਨ ਦੇਣਗੇ, ਇਹ ਲਗਨ ਲੱਗੀ ਹੋਈ ਹੈ। ਹਾਂਜੀ। ਇੱਕ ਦਿਨ ਬੈਠੇ ਸਭਾ ਮਝਾਰਾ। ਇੱਕ ਦਿਨ ਦੀਵਾਨ ਲੱਗਾ ਸੀ, ਸਤਿਗੁਰੂ ਬੈਠੇ ਸੀ। ਤਬ ਸਿੱਖਨ ਕਰ ਜੋਰ ਉਚਾਰਾ। ਤਾਂ ਮਹਾਰਾਜ ਦੇ ਨਿਕਟਵਰਤੀ ਗੁਰੂ ਕੇ ਲਾਲ, ਗੁਰੂ ਕੇ ਸਿੱਖਾਂ ਨੇ ਬੇਨਤੀ ਕੀਤੀ। ਬੜ ਸੇਵਾ ਮਹਿ ਸੈਯਦ ਜਾਨੀ। ਮਹਾਰਾਜ ਆਪ ਜੀ ਦੇ ਸੇਵਾਦਾਰਾਂ ਵਿੱਚੋਂ ਇੱਕ ਮੁਸਲਮਾਨ ਫਕੀਰ ਸੈਯਦ ਜਾਨੀ ਬੜਾ ਸਿਰੇ ਦਾ ਸੇਵਕ ਹੈ। ਉਹਦੀ ਸੇਵਾ, ਉਹਦਾ ਪਿਆਰ ਸਿਖਰਾਂ ਤੇ ਟੱਪ ਚੁੱਕਾ ਹੈ, ਹੱਦਾਂ ਤੋਂ ਪਾਰ ਹੋ ਚੁੱਕਾ ਹੈ। ਗੁਰ ਦਰਸ਼ਨ ਮਨ ਪ੍ਰੀਤੀ ਠਾਨੀ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਪ੍ਰੀਤ ਤੋਂ ਬਿਨਾਂ ਹੋਰ ਉਹਨੂੰ ਕੋਈ ਖਿਆਲ ਹੀ ਨਹੀਂ ਆਉਂਦਾ, ਕੋਈ ਫੁਰਨਾ ਹੀ ਨਹੀਂ ਆਉਂਦਾ। ਸਹਿਜ ਸੁਭਾਇਕ ਸੁਨ ਗੁਰ ਕਹਿਓ। ਇਹ ਸੁਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਬੋਲੇ, ਜੇ ਕਰ ਦਿੜ ਹਠ ਐਸੇ ਗਹਿਓ। ਮਹਾਰਾਜ ਕਹਿੰਦੇ ਜੇ ਇੰਨਾ ਹੀ ਪੱਕਾ ਹੱਠ ਫੜੀ ਬੈਠਾ, ਇੰਨੀ ਉਹਨੇ ਜਿੱਦ ਫੜ ਲਈ ਹੈ ਵੀ ਦਰਸ਼ਨ ਕਰਨੇ ਅੱਲਾਹ ਤਾਲਾ ਦੇ। ਹਾਂਜੀ। ਤੋ ਅਬ ਜਾਏ ਡੁਬਹੋ ਦਰਿਆਓ। ਤਾਂ ਉਹਨੂੰ ਇੰਜ ਕਰੋ, ਉਹਨੂੰ ਆਖੋ ਵੀ ਜਾ ਕੇ ਨਦੀ 'ਚ ਛਾਲ ਮਾਰ ਦੇਵੇ, ਬਿਆਸਾ ਵਿੱਚ ਡੁੱਬ ਕੇ ਮਰ ਜਾਵੇ। ਹਮ ਢਿਗਤੇ ਤਿਹ ਦੇ ਹੁਸਨਾਓ। ਸਾਡਾ ਇਹ ਹੁਕਮ ਹੈ, ਜਾਨੀ ਮੁਸਲਮਾਨ ਵਾਸਤੇ ਸਾਡਾ ਇਹ ਹੁਕਮ ਹੈ ਕਿ ਬਿਆਸਾ ਦਰਿਆ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਵੇ। ਇੱਕ ਸਿੱਖ ਨੇ ਤਿਹ ਜਾਏ ਸੁਨਾਵਾ। ਸਾਧ ਸੰਗਤ ਜੀ, ਇੱਕ ਸਿੱਖ ਗਿਆ, ਹੁਣ ਜੋ ਗੁਰੂ ਸਾਹਿਬ ਦਾ ਹੁਕਮ ਸੀ ਉਹ ਤਾਂ ਦੱਸਣਾ ਹੀ ਸੀ। ਜਾ ਕੇ ਜਾਨੀ ਨੂੰ ਕਹਿਤਾ ਵੀ ਸੱਚੇ ਪਾਤਸ਼ਾਹ ਦਾ ਹੁਕਮ ਇਹ ਹੋਇਆ ਬਈ ਦਰਿਆ ਬਿਆਸਾ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲੈ। ਹੁਕਮ ਗੁਰੂ ਨੇ ਇਮ ਫਰਮਾਵਾ। ਇਹ ਗੁਰੂ ਦਾ ਹੁਕਮ ਹੈ, ਛੇਵੇਂ ਪਾਤਸ਼ਾਹ ਨੇ ਹੁਕਮ ਦਿੱਤਾ ਹੈ। ਹਾਂਜੀ। ਜਾਨੀ ਸੁਨ ਹਰਖਿਓ ਅਸ ਬਚ ਕੋ। ਸਾਧ ਸੰਗਤ ਜੀ, ਸੁਣ ਕੇ ਜਾਨੀ ਨੂੰ ਚਾਹ ਚੜ ਗਿਆ, ਖੁਸ਼ੀਆਂ ਚੜ ਗਈਆਂ। ਹੈ ਅੱਜ ਮਾਲਕ ਨੇ ਮੈਨੂੰ ਹੁਕਮ ਦੇਤਾ, ਉਹ ਤਾਂ ਬਸ ਸਫਲ ਹੋ ਗਿਆ ਜੀਵਨ, ਤੁਰ ਪਿਆ ਉਸੇ ਵੇਲੇ। ਹਾਂਜੀ। ਕਹਿਓ ਇਹ ਮੋਹੇ ਪ੍ਰਤ ਸੱਚ ਕੋ। ਹਾਂ, ਮੈਨੂੰ ਕਿਹਾ ਹੋਣਾ ਜ਼ਰੂਰ ਇਹ ਸੱਚ ਹੈ। ਗੁਰੂ ਸਾਹਿਬ ਨੇ ਸਾਨੂੰ ਤੇ ਗੁਰੂ ਸਾਹਿਬ ਖੁਦ ਆ ਕੇ ਕਹਿਣਾ, ਅਸੀਂ ਤਾਂ ਨਹੀਂ ਮੰਨਣਾ। ਉਹਨੂੰ ਸਿੱਖ ਨੇ ਕਿਹਾ ਸੀ ਜਾ ਕੇ ਵੀ ਗੁਰੂ ਸਾਹਿਬ ਕਹਿੰਦੇ ਠੀਕ ਹੈ, ਕਿਹਾ ਹੋਣਾ ਤਾਂ ਹੀ ਸਿੱਖ ਕਹਿੰਦਾ, ਵਿਸ਼ਵਾਸ ਸੀ। ਤੇ ਮੇਰੇ ਭਲੇ ਲਈ ਕਿਹਾ, ਹੁਣ ਮੈਨੂੰ ਡੁੱਬਣਾ ਚਾਹੀਦਾ। ਦੌੜਿਓ ਜਾਏ ਨਦੀ ਮਹਿ ਪਰਿਓ। ਸਾਧ ਸੰਗਤ ਜੀ, ਦੌੜਿਆ ਬੜੀ ਤੇਜ਼ ਰਫ਼ਤਾਰ। ਜਾਨੀ ਦੌੜਿਆ ਤੇ ਜਾ ਬਿਆਸਾ 'ਚ ਛਾਲ ਮਾਰ ਦਿੱਤੀ। ਤੂਰਨ ਸਿੱਖ ਗੁਰ ਪਠਵਨ ਕਰਿਓ। ਪਿੱਛੇ ਮਹਾਰਾਜ ਨੇ ਸਿੱਖ ਭੇਜਤੇ ਫਟਾਫਟ। ਹਾਂਜੀ। ਡੂਬਤ ਜਾਨੀ ਵਹਿਰ ਨਿਕਾਸਾ। ਉਹਨਾਂ ਨੇ ਜਾਂਦਿਆਂ, ਉਹ ਤੈਰਾਕ ਸਿੱਖ ਸੀਗੇ, ਇਹਨੇ ਛਾਲ ਮਾਰੀ, ਉਹਨਾਂ ਵੀ ਨਾਲ ਹੀ ਜਾ ਕੇ ਡੁੱਬਦਾ ਫੜ ਕੇ ਬਾਹਰ ਕੱਢ ਲਿਆ। ਹਾਂਜੀ। ਆਨ ਬਿਠਾਏ ਦੀਨ ਥਲ ਤਾਸਾ। ਤੇ ਲਿਆ ਕੇ ਗੁਰੂ ਜੀ ਦੇ ਸਾਹਮਣੇ ਬਿਠਾ ਦਿੱਤਾ। ਬਹੁਰ ਸਿੱਖ ਬਹੁ ਕਰਹਿ ਸਿਫਾਰਿਸ਼। ਕਈ ਸਿੱਖ ਨਾਲ ਹੋਰ ਸਿਫਾਰਿਸ਼ਾਂ ਕਰਨ ਵਾਲੇ, ਮਹਾਰਾਜ ਹੁਣ ਕਿਰਪਾ ਕਰ ਦਿਓ ਇਹਦੇ ਉੱਤੇ। ਹਾਂਜੀ। ਤੁਮਰੀ ਆਗਿਆ ਮਹਿ ਬਿਨ ਆਰਸ। ਇਹ ਤੁਹਾਡੀ ਆਗਿਆ 'ਚ ਤੁਰਦਾ ਹੈ, ਆਲਸ ਨਹੀਂ ਕਰਦਾ, ਮਰਨ ਤੱਕ ਗਿਆ ਤੁਹਾਡੇ ਹੁਕਮ ਵਿੱਚ। ਹਾਂਜੀ। ਉਠੈ ਨਹੀਂ ਤਿਸ ਥਲ ਮਹਿ ਜੈ ਹੈ। ਇਹ ਮਹਾਰਾਜ ਤੂੰ ਇੱਥੋਂ ਉੱਠ ਕੇ ਨਹੀਂ ਜਾਣ ਲੱਗਾ, ਇਹਨੇ ਗੁਰੂ ਦਾ ਬੂਹਾ ਛੱਡਣਾ ਨਹੀਂ। ਇਹਨੂੰ ਤੁਸੀਂ ਜਦ ਇਹਦੀ ਝੋਲੀ 'ਚ ਖੈਰ ਪਾਓਗੇ ਤਾਂ ਹੀ ਜਾਏਗਾ। ਨਾ ਤੁਰ ਰਾਵਰ ਦਰਸ਼ਨ ਪੈ ਹੈ। ਨਹੀਂ ਤਾਂ ਮਹਾਰਾਜ ਇੱਥੇ ਦਰਸ਼ਨ ਹੀ ਕਰਦਾ ਰਹੇਗਾ। ਕਸਿਓ ਕਸੌਟੀ ਸ੍ਰੀ ਗੁਰ ਦੇਖਾ। ਮਹਾਰਾਜ ਨੇ ਦੇਖ ਲਿਆ ਵੀ ਕਸੌਟੀ 'ਚ ਪੂਰਾ ਹੈ। ਹਾਂਜੀ। ਜਾਨੀ ਜਾਨਾ ਪ੍ਰੇਮ ਵਿਸ਼ੇਖਾ। ਜਾਨੀ ਦਾ ਪ੍ਰੇਮ ਜਾਣ ਲਿਆ ਵੀ ਵਿਸ਼ੇਸ਼ ਪ੍ਰੇਮ ਹੈ, ਕੋਈ ਆਮ ਗੱਲ ਨਹੀਂ। ਇਹ ਪਰੇ ਦੀ ਗੱਲ ਹੈ, ਅੰਦਰ ਦੀ ਗੱਲ ਹੈ। ਇਹ ਰੱਬੀ ਇਸ਼ਕ ਇਸ ਨੂੰ ਪ੍ਰਾਪਤ ਹੋ ਗਿਆ। ਪੁਨ ਕਹਿ ਪਠਿਓ ਰਿੱਧ ਸਿੱਧ ਲੇਹੂ। ਆਹਾ। ਫਿਰ ਮਹਾਰਾਜ ਕਹਿੰਦੇ ਜਾ ਉੱਥੇ ਬਹਿ ਜਾ। ਉਹ ਧੂਣੇ ਤੇ ਫਿਰ ਜਾ ਕੇ ਬਹਿ ਗਿਆ। ਕੁਝ ਦਿਨਾਂ ਬਾਅਦ ਕਹਿੰਦੇ ਤੂੰ ਇੰਝ ਕਰ, ਰਿੱਧੀਆਂ ਸਿੱਧੀਆਂ ਲੈ ਲੈ ਸਾਡੇ ਕੋਲੋਂ, ਕਰਾਮਾਤਾਂ ਸ਼ਕਤੀਆਂ ਤੈਨੂੰ ਦੇ ਦਿੰਦੇ ਆ, ਤੇਰੇ ਬਚਨ ਪੂਰੇ ਹੋਣਗੇ, ਤੇਰੇ ਕੋਲ ਅਣਮਾ ਸਿੱਧੀ ਹੋਵੇਗੀ, ਲਗਮਾ ਸਿੱਧੀ ਹੋਵੇਗੀ, ਮਹਿਮਾ ਸਿੱਧੀ ਹੋਵੇਗੀ, ਦੂਰ ਦਰਸ਼ਨ ਹੋਏਗਾ, ਦੂਰ ਸਰਵਣ ਹੋਏਗਾ, ਦੂਰ ਗਮਨ ਹੋਏਗਾ।
ਇਹ ਰਿੱਧੀਆਂ ਸਿੱਧੀਆਂ ਲੈ ਲੈ। ਹਾਂਜੀ, ਜਿਮ ਚਾਹੋ ਤਿਮ ਕਿਸ ਕਰ ਦੇਹੂ। ਅੱਗੇ ਵੀ ਦੇਣੀਆਂ ਦੇਈ ਜਾਈ, ਵੰਡੀ ਜਾਈ ਲੋਕਾਂ ਨੂੰ। ਖਜ਼ਾਨਾ ਗੁਰੂ ਨਾਨਕ ਦਾ ਬੜਾ, ਤੈਨੂੰ ਦੇ ਦਿਆਂਗੇ, ਤੂੰ ਰਿੱਧੀਆਂ ਸਿੱਧੀਆਂ ਲੈ ਲੈ ਆ ਕੇ। ਹਾਂਜੀ, ਕਹਿ ਜਾਨੀ ਇੱਕ ਜਾਨਾ ਬਿਨਾ। ਅੱਗੋਂ ਜਾਨੀ ਨੇ ਆਖਿਆ ਜੀ ਰਿੱਧੀਆਂ ਸਿੱਧੀਆਂ ਨਹੀਂ ਮੈਨੂੰ ਚਾਹੀਦੀਆਂ, ਇੱਕ ਜਾਨਾ, ਇੱਕ ਪ੍ਰੀਤਮ ਪਿਆਰਾ ਅੱਲਾ ਮੌਲਾ ਖੁਦਾ, ਬਸ ਉਹ ਚਾਹੀਦਾ ਮੈਨੂੰ, ਰਿੱਧੀਆਂ ਸਿੱਧੀਆਂ ਨਹੀਂ ਚਾਹੀਦੀਆਂ। ਹਾਂਜੀ, ਅਪਰ ਨਾ ਜਾਨੋ ਕੁਛ ਹੋਏ ਕਨਾ। ਮਹਾਰਾਜ ਹੋਰ ਨਹੀਂ ਕੋਈ ਚਾਹੀਦਾ, ਬਸ ਸਿਰਫ ਅੱਲਾ ਦੇ ਦਰਸ਼ਨ ਚਾਹੀਦੇ ਆ। ਹਾਂਜੀ, ਜਬ ਇਨ ਕੋ ਭੀ ਤਿਆਗ ਬਖਾਨਾ। ਜਦੋਂ ਰਿੱਧੀਆਂ ਸਿੱਧੀਆਂ ਤੋਂ ਵੀ ਨਾ ਕਰ ਦਿੱਤੀ ਜਾਨੀ ਨੇ, ਦਰਸ਼ਨ ਲਾਗੀ ਪ੍ਰੀਤ ਮਹਾਨਾ। ਉਧਰ ਦਰਸ਼ਨਾਂ ਦੀ ਪ੍ਰੀਤ ਹੋਰ ਵੱਧ ਗਈ। ਹਾਂਜੀ, ਤਬ ਜਾਨੀ ਕੋ ਨਿਕਟ ਬੁਲਾਇਵ। ਫਿਰ ਕਈ ਦਿਨਾਂ ਬਾਅਦ ਖੁਦ ਮਹਾਰਾਜ ਕਹਿੰਦੇ ਉਹਨੂੰ ਬੁਲਾ ਕੇ ਲਿਆਓ, ਤੇ ਕੋਲ ਬੁਲਾ ਲਿਆ, ਦੇ ਦਰਸ਼ਨ ਪ੍ਰਭ ਪੰਥ ਬਤਾਇਵ। ਤੇ ਕਿਰਪਾ ਦ੍ਰਿਸ਼ਟੀ ਕਰਕੇ ਨਾ ਉਹ ਜਿਹੜਾ ਪਰਮੇਸ਼ਰ ਦਾ ਰਾਹ ਹੈ ਉਹ ਦੱਸ ਦਿੱਤਾ। ਸੁਨਤ ਸਮਾਇਓ ਪਰਮਾਨੰਦ। ਤੇ ਸਾਧ ਸੰਗਤ ਜੀ ਬਸ ਮਹਾਰਾਜ ਦੇ ਬਚਨ ਸੁਣਦਿਆਂ ਹੀ ਜਿੱਥੇ ਲਿਵ ਲੱਗਣੀ ਸੀ ਇੱਕਦਮ ਲੱਗ ਗਈ, ਕਿਉਂਕਿ ਇਹ ਤਾਂ ਗੱਲ ਬਾਣੀ 'ਚ ਵੀ ਆਉਂਦੀ ਵੀ ਇੱਕ ਸਕਿੰਟ ਤੋਂ ਪਹਿਲਾਂ ਇਹ ਗੱਲ ਵਾਪਰਦੀ ਹੈ, ਪਰ ਕਦੋਂ ਵਾਪਰਨੀ ਹੈ ਉਹ ਟਾਈਮ ਜਦੋਂ ਆਏਗਾ, ਪਤਾ ਨਹੀਂ ਕਦੋਂ ਆਉਣਾ। ਕਹਿੰਦੇ ਟੁੱਕਦਮ ਜਾਓ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ। ਉਹਦਾ ਇੱਕ ਸਕਿੰਟ ਵਿੱਚ ਹੀ ਹੁੰਦਾ ਕੰਮ, ਅੱਖ ਫਰਕਦੀ ਤੇ ਉਹ ਪਰਲੇ ਪਾਸੇ ਹੋ ਜਾਂਦਾ। ਇੱਦਾਂ ਪਾਤਸ਼ਾਹ ਜੀ ਕਿਰਪਾ ਕਰਕੇ ਬਿਰਤੀ ਉੱਪਰ ਕਰ ਦਿੱਤੀ। ਪਰਿਓ ਚਰਨ ਪਰ ਕਰ ਜੁਗ ਬੰਦ। ਕਹਿੰਦੇ ਦੋਵੇਂ ਹੱਥ ਜੋੜ ਕੇ ਲੰਮਾ ਪੈ ਗਿਆ ਚਰਨਾਂ ਤੇ। ਤਬ ਅੰਤਰਗਤ ਲੱਗੀ ਸਮਾਦ। ਤੇ ਉਹ ਫਿਰ ਜਿਹੜਾ ਬਾਹਰ ਲੱਭਦਾ ਫਿਰਦਾ ਸੀ ਅੱਲਾ ਨੂੰ, ਕਿ ਸ਼ਾਇਦ ਸਮਝਦਾ ਸੀ ਕਿਤੇ ਰਹਿੰਦਾ ਹੋਣਾ, ਦਰਸ਼ਨ ਹੋਣਗੇ, ਉਹ ਫਿਰ ਅੰਦਰ ਹੀ ਸਮਾਧੀ ਲੱਗ ਗਈ। ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਏ ਦਿਖਾਇਆ ਥਾ। ਅਨਭਵ ਅਚਰਜ ਰੂਪ ਪ੍ਰਭ ਪੇਖਿਆ, ਮੇਰਾ ਮਨ ਛੋੜ ਨਾ ਕਤਹੂੰ ਜਾਇਆ ਥਾ। ਮਾਣਕ ਪਾਇਓ ਰੇ ਪਾਇਓ, ਹਰ ਪੂਰਾ ਪਾਇਆ ਥਾ। ਮੋਲ ਅਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦਿਵਾਇਆ ਥਾ। ਇਹੋ ਜਿਹੀ ਕਲਾ ਵਰਤ ਗਈ। ਮਿਟ ਗਈ ਬਿਆਦ ਰੋ ਆਦ ਉਪਾਦ। ਆਦੀਆਂ ਵਿਆਦੀਆਂ ਉਪਾਦੀਆਂ ਸਾਰੀਆਂ ਹੀ ਮਿਟ ਗਈਆਂ। ਤਬ ਖਵਾਜਾ ਸਤਿਗੁਰ ਬੁਲਵਾਇਓ। ਫਿਰ ਮਹਾਰਾਜ ਨੇ ਖਵਾਜੇ ਨੂੰ ਵੀ ਬੁਲਾ ਲਿਆ। ਦੋਨੋਂ ਪ੍ਰਤ ਅਸ ਹੁਕਮ ਅਲਾਇਓ। ਤੇ ਦੋਵਾਂ ਨੂੰ ਪਾਤਸ਼ਾਹ ਕਹਿਣ ਲੱਗੇ, ਪੂਰੀ ਪਰੀ ਤੁਮਾਰੀ ਸੇਵਾ। ਦੇਖੋ ਖਵਾਜਾ ਔਰ ਜਾਨੀ, ਤੁਸੀਂ ਦੋਵੇਂ ਮੁਸਲਮਾਨ ਗੁਰੂ ਕੇ ਸਿੱਖ ਬਣੇ ਹੋ, ਤੁਹਾਡੀ ਸੇਵਾ ਸਫਲੀ ਹੋਈ ਹੈ। ਕਰੇ ਪ੍ਰਸੰਨ ਭਲੇ ਗੁਰਦੇਵਾ। ਤੁਸੀਂ ਗੁਰੂ ਨੂੰ ਪ੍ਰਸੰਨ ਕਰ ਲਿਆ, ਗੁਰੂ ਤੁਹਾਡੇ ਤੇ ਰੀਝਿਆ ਹੈ। ਅਬ ਕਿਸ ਥਲ ਹੋਏ ਰਹੋ ਇਕਾਂਤ। ਹੁਣ ਕਿਸੇ ਥਾਂ ਤੇ ਜਾ ਕੇ ਇਕਾਂਤ ਹੋ ਕੇ ਰਹੋ, ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ, ਬਸ ਨਾਮ ਸਿਮਰਨ ਹੀ ਹੋਵੇ। ਜਿਸ ਰਹਿਣੀ ਮਹਿ ਸੰਤ ਮਹੰਤ। ਜਿਸ ਰਹਿਣੀ 'ਚ ਸੰਤ ਮਹਾਂਪੁਰਸ਼ ਰਹਿੰਦੇ, ਤੁਸੀਂ ਵੀ ਉਦਾਂ ਹੀ ਰਹੋ ਜਾ ਕੇ। ਮਾਨਿਓ ਬਾਕ ਕਰ ਹੈ ਹਮ ਐਸੇ। ਕਹਿਣ ਲੱਗੇ ਸਤ ਬਚਨ ਗੁਰੂ ਜੀ, ਅਸੀਂ ਇਦਾਂ ਹੀ ਕਰਾਂਗੇ। ਰਹੇ ਕਿਤਕ ਦਿਨ ਪੂਰਬ ਜੈਸੇ। ਕੁਝ ਦਿਨ ਸ੍ਰੀ ਹਰਗੋਬਿੰਦਪੁਰ ਰਹੇ। ਟਹਿਲ ਕਰ ਹੈ ਨਿਜ ਹਾਥਨ ਸਾਥ। ਦੋਵੇਂ ਸੇਵਾ ਕਰਦੇ ਸੀ। ਚਰਨ ਸਪਰਸ ਹੈ ਸ੍ਰੀ ਗੁਰਨਾਥ। ਮਹਾਰਾਜ ਦੇ ਚਰਨ ਦੀ ਸੇਵਾ ਕਰਦੇ ਸੀ। ਬੇਪਰਵਾਹ ਮਗਨ ਮਨ ਰਹਿ। ਬੇਪਰਵਾਹ ਰਹਿੰਦੇ ਸੀ, ਮਗਨ ਰਹਿੰਦੇ ਸੀ, ਅੰਤਰਮੁਖੀ ਬਿਰਤੀ ਸੀ। ਗੁਰ ਸ਼ਰਦਾ ਕੋ ਉਰ ਨਿਰਭੈ। ਗੁਰੂ ਦੀ ਸ਼ਰਧਾ ਨਿਭਾਉਂਦੇ ਸੀ। ਮਨ ਸੰਕਲਪ ਸੋ ਜਥਾ ਉਠਾਏ। ਮਨ ਦਾ ਜਿੱਦਾਂ ਦਾ ਕੋਈ ਫੁਰਨਾ ਹੋਵੇ। ਨੰਦ ਲਾਲ ਤਿਨ ਕੇ ਟਿਗ ਆਏ। ਤਾਂ ਉਹਨਾਂ ਦੇ ਕੋਲ ਇੱਕ ਨੰਦ ਲਾਲ ਨਾਮੀ ਹਿੰਦੂ ਸਾਧੂ ਵੀ ਆਏ। ਉਹਨਾਂ ਦੀ ਕਥਾ ਵੀ ਆਵੇਗੀ। ਇੱਕ ਨੰਦ ਲਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਬਾਰ 'ਚ ਹੋਏ, ਉਹ ਹੋਰ ਹੋਏ। ਇਹ 6ਵੇਂ ਪਾਤਸ਼ਾਹ ਦੇ ਸਮੇਂ ਇੱਕ ਨੰਦ ਲਾਲ ਹੋਏ। ਉਹਨਾਂ ਦੀ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ।